सर फरीदकोट तो खबर आ रही है कहते भी 3 दर्जन वेंटीलेटर आ ਜਿਹੜੇ कबाड़ का रूप धारण कर चुके हैं। आम आदमी पार्टी तो कुलतार संधवा उन्होंने एक वीडियो बनाई और वीडियो बना के कैप्टन साहब ਨੂੰ ਭੇਜਿਆ ਵੀ ਇਹਨਾਂ ਦਾ ਖਿਆਲ ਕਰ ਲੈਣਾ ਸੀਗਾ। ਵੀਸੀ ਸਾਹਿਬ ਨੇ ਜਵਾਬ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦਿੱਤਾ ਕਿ 82 ਵੈਂਟੀਲੇਟਰ ਜਿਹੜੇ ਪ੍ਰਧਾਨ ਮੰਤਰੀ ਫੰਡ ਚ ਆਏ ਸੀਗੇ ਉਹਦੇ ਚੋਂ 62 ਤਾਂ ਪਹਿਲਾਂ ਹੀ ਖਰਾਬ ਆਏ ਸੀ। ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਜੀ ਕਿ ਜਿਹੜਾ ਰੋਜ਼ ਦਾ ਰੇੜਕਾ ਕੈਪਟਨ ਸਿੱਧੂ ਦਾ ਪਾ ਕੇ ਤੇ ਕਰੋਨਾ ਵਾਲੇ ਮੁੱਦੇ ਤੋਂ ਲੋਕਾਂ ਦਾ ਧਿਆਨ ਹੀ ਭਟਕਾਤਾ ਤੁਸੀਂ। ਕੇਜਰੀਵਾਲ ਸਾਹਿਬ ਹੁਣ ਆਕਸੀਜਨ ਤੋਂ ਬਾਅਦ ਦੂਸਰੇ ਮੁੱਦੇ ਦੇ ਉੱਤੇ ਆ ਗਏ ਹੋਏ ਆ। ਉਹ ਕਹਿੰਦੇ ਵੀ ਜੇ ਵੈਕਸੀਨੇਸ਼ਨ ਪੂਰੀ ਨਹੀਂ ਹੋ ਰਹੀ ਤੇ ਵੈਕਸੀਨੇਸ਼ਨ ਦਾ ਜਿਹੜਾ ਫਾਰਮੂਲਾ ਕੇਂਦਰ ਨੂੰ ਹੋਰਾਂ ਕੰਪਨੀਆਂ ਨਾਲ ਸ਼ੇਅਰ ਕਰਨਾ ਚਾਹੀਦਾ। ਕਿ ਮਨੀਸ਼ ਸਿਸੋਦੀਆ ਦਿੱਲੀ ਦੇ ਉਪ ਮੁੱਖ ਮੰਤਰੀ ਇੱਕ ਟਵੀਟ ਕਰਦੇ ਆ ਕਿ ਕੋਵੈਕਸਿਨ ਦੀ ਡਿਮਾਂਡ ਕੀਤੀ ਸੀ, ਭਾਰਤ ਜਿਹੜੀ ਬਾਇਓਟੈਕ ਹੈ ਉਹਨਾਂ ਨੇ ਵੈਕਸੀਨ ਦੇਣ ਤੋਂ ਮਨਾ ਕਰਤਾ ਦਿੱਲੀ ਨੂੰ। ਹੁਣ ਇਹ ਆਪਣੇ ਆਪ ਦੇ ਵਿੱਚ ਕੁਐਸਚਨੇਬਲ ਹੈ ਕਿ ਦੇਸ਼ ਦੀ ਰਾਜਧਾਨੀ ਨੂੰ ਮਨਾ ਹੋ ਜੇ ਵੈਕਸੀਨ ਦੇਣ ਵਾਸਤੇ ਔਰ ਵਰਲਡ ਲੈਵਲ ਦੇ ਉੱਤੇ ਝੂਠੀ ਸ਼ੌਹਰਤ ਤੇ ਟੌਰ ਬਣਾਉਣ ਵਾਸਤੇ ਕਿ ਅਸੀਂ ਪਤਾ ਨਹੀਂ ਕਿੰਨੇ ਕੁ ਸਮਰਥ ਹੋ ਗਏ ਜੋ ਨਹੀਂ ਹੋਏ। ਜੀ ਤੁਸੀਂ 60 ਕਰੋੜ 60 ਲੱਖ ਡੋਜ਼ਸ ਬਾਹਰ ਦੇਤੀਆਂ, ਅੱਜ ਤੁਸੀਂ ਆਪ ਤਰਸ ਰਹੇ ਹੋ, ਤੁਹਾਡੇ ਕੋਲ ਡੋਜ਼ਸ ਨਹੀਂ ਹੈ। ਬਹੁਤ ਚੀਜ਼ਾਂ ਦੇਖਣ ਨੂੰ ਮਿਲੀਆਂ ਸਿਮਰਨ ਜੀ ਕਿ ਲਾਸ਼ਾਂ ਜਿਹੜੀਆਂ ਉਹ ਖੁੱਲੇ ਚ ਔਰ ਬਹੁਤ ਸਾਰੀਆਂ ਜਿਹੜੀਆਂ ਡੈੱਡ ਬਾਡੀਜ਼ ਇਕੱਠੀਆਂ ਜਲ ਰਹੀਆਂ। ਹੁਣ ਉਹਦੇ ਵਿੱਚ ਗੰਗਾ ਨਦੀ ਚ ਰੁੜੀਆਂ ਹੋਈਆਂ ਲਾਸ਼ਾਂ ਵੀ ਆ ਰਹੀਆਂ। ਕੁਝ ਇੱਕ ਹਸਪੀਟਲਸ ਦੀ ਗੱਲ ਆਈ ਪਰ ਰਮਨ ਚੀਲਾਂ ਖਾ ਰਹੀਆਂ ਉਹਨਾਂ ਲਾਸ਼ਾਂ ਨੂੰ। ਛੋਟੇ ਬੱਚੇ ਦੀ ਵੀ ਕੱਲ ਆਪਾਂ ਔਨ 에ਅਰ ਤੇ ਦਿਖਾਈ ਸੀ ਕਿ ਡੈੱਡ ਬਾਡੀ ਨਹੀਂ ਲਈ ਪੇਰੈਂਟਸ ਨੇ ਕਿਉਂਕਿ ਉਹਨੂੰ ਕਰੋਨਾ। ਉਹ ਤਸਵੀਰ ਹੰਝੂ ਲਿਆ ਦਿੰਦੀ ਹੈ, ਤੁਸੀਂ ਦੇਖੋ। ਸੰਸਕਾਰ ਕਰਨ ਵਾਸਤੇ ਨਹੀਂ ਆਏ ਰਿਸ਼ਤੇਦਾਰ ਔਰ ਬਿਰਧ ਆਸ਼ਰਮ ਨੂੰ ਕਿਹਾ ਜਾ ਰਿਹਾ ਸੀ। ਗਰਭਵਤੀ ਔਰਤ ਆਪਣੀ ਵੀਡੀਓ ਬਣਾਉਂਦੀ ਹੈ, ਤੁਸੀਂ ਦੇਖੋ ਕਿ ਘੱਟੋ ਘੱਟ ਇਸ ਮੁਲਕ 'ਚ ਜੀਣਾ ਤਾਂ ਮੁਹਾਲ ਹੋਇਆ ਹੀ ਪਿਆ ਹੈ ਜੀ। ਮੌਤ ਤਾਂ ਚੰਗੀ ਆ ਜੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਧੂਰ। ਬਹੁਤ ਸਾਰੀਆਂ ਸਿਹਤ ਸੁਵਿਧਾਵਾਂ ਜਿਹੜੀਆਂ ਕੁਝ ਕੇਂਦਰ ਵੱਲੋਂ ਕਿਹਾ ਜਾਂਦਾ ਕਿ ਅਸੀਂ ਪਹਿਲਾਂ ਹੀ ਪੰਜਾਬ ਨੂੰ ਦੇ ਚੁੱਕੇ ਹਾਂ ਜਾਂ ਹੋਰ ਸਟੇਟਾਂ ਨੂੰ ਦੇ ਚੁੱਕੇ ਹਾਂ ਤੇ ਬਹੁਤ ਸਾਰੇ ਸਾਡੇ ਆਪਣੇ ਪ੍ਰਬੰਧ ਉਹਨਾਂ ਨੂੰ ਵੀ ਇਸ ਲਈ ਸਵਾਲ ਖੜੇ ਹੋ ਰਹੇ ਆ ਕਿਉਂਕਿ ਆਪਸੀ ਖਾਨਾ ਜੰਗੀ ਬੰਦ ਹੋਵੇ ਤਾਂ ਲੋਕਾਂ ਵੱਲ ਧਿਆਨ ਦੇਈਏ। ਸੋ ਬਹੁਤ ਸਾਰੇ ਮਸਲੇ ਹੈਗੇ ਤੇ ਇਹਨਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਫਿਰ ਤੋਂ ਸਿਮਰਨਜੋਤ ਸਿੰਘ ਮੱਕੜ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ। ਸਰ ਫਰੀਦਕੋਟ ਤੋਂ ਖਬਰ ਆ ਰਹੀ ਹੈ ਕਹਿੰਦੇ ਵੀ 3 ਦਰਜਨ ਵੈਂਟੀਲੇਟਰ ਆ ਜਿਹੜੇ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਆ। ਆਮ ਆਦਮੀ ਪਾਰਟੀ ਤੋਂ ਕੁਲਤਾਰ ਸੰਧਵਾ ਉਹਨਾਂ ਨੇ ਇੱਕ ਵੀਡੀਓ ਬਣਾਈ ਔਰ ਵੀਡੀਓ ਬਣਾ ਕੇ ਕੈਪਟਨ ਸਾਹਿਬ ਨੂੰ ਭੇਜਿਆ ਵੀ ਇਹਨਾਂ ਦਾ ਖਿਆਲ ਕਰ ਲੈਣਾ ਸੀਗਾ। ਰਮਨ ਇਹ ਕਮਾਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬ ਦੀ ਸਰਕਾਰ ਤੇ ਫਰੀਦਕੋਟ ਮੈਡੀਕਲ ਕਾਲਜ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਤੇ ਜਿਹੜੇ ਖਾਸ ਤੌਰ ਤੇ ਵੀਸੀ ਨੇ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਨੇ, ਉਹਨਾਂ ਦੇ ਉੱਤੇ ਸਵਾਲ ਖੜੇ ਹੁੰਦੇ। ਤੀਜਾ ਸਵਾਲ ਇਹਦੇ ਵਿੱਚ ਕੇਂਦਰ ਤੇ ਵੀ ਇੱਕ ਖੜਾ ਹੋ ਰਿਹਾ ਹੈ ਜੀ। ਦਰਅਸਲ ਹੋਇਆ ਕਿ ਕੁਲਤਾਰ ਸੰਧਵਾ ਨੇ ਜਦੋਂ ਵੀਡੀਓ ਪਾਈ ਤੇ ਉਹਨਾਂ ਨੇ ਕਿਹਾ ਕਿ ਲਗਭਗ 3 ਦਰਜਨ ਦੇ ਕਰੀਬ ਜਿਹੜੇ ਇਹ ਵੈਂਟੀਲੇਟਰ ਖਰਾਬ ਪਏ ਹੈ। ਉਹ ਜਿਹੜੀ ਫੋਟੋ ਆਈ, ਫੋਟੋ ਦੇ ਵਿੱਚ ਪਏ ਖਰਾਬ ਦਿਸੀ ਜਾਂਦੇ। ਉਹ ਆਈਡੀਆ ਮੇਰੇ ਖਿਆਲ ਉਹਨਾਂ ਨੇ ਲਾ ਲਿਆ ਹੋਣਾ ਕਿ ਇਹ 3 ਦਰਜਨ ਦੇ ਕਰੀਬ ਹੋਣਗੇ। ਮੁੱਖ ਮੰਤਰੀ ਸਾਹਿਬ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਹਫੜਾ ਦਫੜੀ ਮੱਚ ਗਈ ਕਿ ਆਹ ਕੀ ਹੋ ਗਿਆ, ਇੰਨੇ ਵੈਂਟੀਲੇਟਰ ਪਏ ਔਰ ਖਰਾਬ ਪਏ ਆ ਤੇ ਸਾਡੇ ਤੱਕ ਕੋਈ ਰਿਪੋਰਟ ਨਹੀਂ ਪਹੁੰਚੀ ਜੀ। ਵੀਸੀ ਸਾਹਿਬ ਨੂੰ ਅੱਜ ਇਸ ਗੱਲ ਦਾ ਜਵਾਬ ਦੇਣਾ ਪੈ ਗਿਆ। ਵੀਸੀ ਸਾਹਿਬ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਿਹੜਾ ਉਹ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅੰਡਰ ਆਉਂਦਾ ਜੀ। ਵੀਸੀ ਸਾਹਿਬ ਨੇ ਜਵਾਬ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦਿੱਤਾ ਕਿ 82 ਵੈਂਟੀਲੇਟਰ ਜਿਹੜੇ ਪ੍ਰਧਾਨ ਮੰਤਰੀ ਫੰਡ 'ਚ ਆਏ ਸੀਗੇ ਉਹਦੇ ਚੋਂ 62 ਤਾਂ ਪਹਿਲਾਂ ਹੀ ਖਰਾਬ ਆਏ ਸੀ। ਅੱਛਾ, ਜਿਹੜੇ 82 ਆਏ ਉਹਦੇ ਚੋਂ 62 ਉਹਨਾਂ ਨੇ 62 ਦੀ ਗਿਣਤੀ ਦੇਤੀ। ਪਹਿਲਾਂ ਉਹ 2 ਦਰਜਨ 3 ਦਰਜਨ ਜਿਹੜਾ ਚੱਲ ਰਿਹਾ ਸੀ ਉਹ ਗਿਣਤੀ ਵੀਸੀ ਨੇ ਆਪ ਦੇਤੀ ਕਿ 62 ਵੈਂਟੀਲੇਟਰ ਉਹ ਆਪ ਮੰਨ ਗਏ ਕਿ ਇਹ ਜਾਂ ਤਾਂ ਪਹਿਲਾਂ ਹੀ ਖਰਾਬ ਆਏ ਸੀ ਜਾਂ ਚਲਦੇ ਚਲਦੇ ਖਰਾਬ ਹੋ ਗਏ ਤੇ ਸਾਨੂੰ ਇਹ ਰੱਖਣੇ ਪੈ ਗਏ ਜੀ। ਹੁਣ ਪਹਿਲਾ ਸਵਾਲ ਵੀਸੀ ਦੇ ਉੱਤੇ ਆਉਂਦਾ ਹੈ, ਜੇ ਉਹ ਖਰਾਬ ਆਏ ਸੀ ਤਾਂ ਵੀਸੀ ਨੇ ਰਿਪੋਰਟ ਉਦੋਂ ਕਿਉਂ ਨਹੀਂ ਦਿੱਤੀ ਜਦੋਂ ਖਰਾਬ ਆਏ ਸੀ? ਬਿਲਕੁਲ, ਜੇ ਦਿੱਤੀ ਸੀ ਤਾਂ ਅੱਜ ਉਹ ਜਨਤਕ ਕਿਉਂ ਨਹੀਂ ਕੀਤੀ? ਜੇ ਇੱਕ ਇੱਕ ਕਰਕੇ ਵੈਂਟੀਲੇਟਰ ਹੁਣ ਸਾਰੇ 62 ਤਾਂ ਪਹਿਲੇ ਦਿਨ ਖਰਾਬ ਨਹੀਂ ਆਏ, ਜਿਵੇਂ ਵੀਸੀ ਕਹਿ ਰਿਹਾ ਕਿ ਉਹ ਹੁਣ ਖਰਾਬ ਹੈਗੇ ਵੀ ਹੈ ਜਾਂ ਉਹਦੀ ਕੇਅਰ ਨਹੀਂ ਹੋਈ ਜਾਂ ਸਹੀ ਵਰਤੇ ਨਹੀਂ ਗਏ, ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਬਿਲਕੁਲ, ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਜੇ ਵੈਂਟੀਲੇਟਰ ਭੇਜ ਰਹੀ ਹੈ ਤਾਂ ਖਰਾਬ ਵੈਂਟੀਲੇਟਰ ਭੇਜ ਦੂਗੀ। ਦੂਜੀ ਗੱਲ ਇਹ ਹੈ ਵੀ ਜਦੋਂ ਆਏ ਤਾਂ ਉਹਦੀ ਟੈਸਟਿੰਗ ਹੋਈ, ਜੇ ਉਦੋਂ ਖਰਾਬ ਆਏ ਤਾਂ ਉਸੇ ਵੇਲੇ ਕਿਉਂ ਨਹੀਂ ਲਿਖਿਆ ਗਿਆ ਤੇ ਪੰਜਾਬ ਦੀ ਸਰਕਾਰ ਨੇ ਉਸੇ ਵੇਲੇ ਕੇਂਦਰ ਨੂੰ ਚਿੱਠੀ ਕਿਉਂ ਨਹੀਂ ਲਿਖਤੀ ਕਿ ਵੈਂਟੀਲੇਟਰ ਆਏ ਸੀ ਭਾਈ, ਤੁਸੀਂ ਵੈਂਟੀਲੇਟਰ ਦੇਣ ਦਾ ਡਰਾਮਾ ਕਰਤਾ ਪਰ ਵੈਂਟੀਲੇਟਰ ਤਾਂ ਸਾਨੂੰ ਖਰਾਬ ਦੇਤੇ।
ਤੇ ਜੇ ਉਹ ਲਿਖੀ ਸੀ ਤਾਂ ਅੱਜ ਸਰਕਾਰ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੀ? ਬਿਲਕੁਲ ਤੁਰੰਤ ਜਨਤਕ ਕਰੇ। ਜੇ ਪੰਜਾਬ ਦੀ ਸਰਕਾਰ ਨੇ ਪਹਿਲਾਂ ਤਾਂ ਜੇ ਵੀਸੀ ਨੇ ਪੰਜਾਬ ਸਰਕਾਰ ਨੂੰ ਇਹ ਦੱਸਿਆ ਵੀ ਵੈਂਟੀਲੇਟਰ ਆਏ ਆ, ਉਹਦੇ ਚੋਂ ਇੰਨੇ ਵੈਂਟੀਲੇਟਰ ਖਰਾਬ ਹੈ, ਇੰਨੇ ਹੌਲੀ ਹੌਲੀ ਖਰਾਬ ਹੋ ਰਹੇ ਆ, ਉਹਦੀ ਡਿਟੇਲ ਦਿਓ ਕਿੱਥੇ ਹੈ। ਬਿਲਕੁਲ ਉਹ ਚਿੱਠੀ ਦਿਖਾਣ ਵੀਸੀ ਸਾਹਿਬ ਵੀ ਮੈਂ ਪੰਜਾਬ ਦੀ ਸਰਕਾਰ ਨੂੰ, ਅੱਜ ਨਹੀਂ, ਅੱਜ ਤਾਂ ਕੁਲਤਾਰ ਸੰਧਵਾ ਨੇ ਕਹਿਤਾ ਜੇ ਨਾ ਬੋਲਦੇ ਤਾਂ ਫਿਰ ਇਹਦਾ ਮਤਲਬ ਉਹ ਪਏ ਕਬਾੜ ਹੋਈ ਜਾਣੇ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਔਰ ਵੀਸੀ ਸਾਹਿਬ ਨੇ, ਔਰ ਜਿਸ ਵੇਲੇ ਜਦੋਂ ਇਹਦੀ ਗੰਭੀਰਤਾ ਦੀ ਗੱਲ ਹੈ, ਆਪਾਂ ਇਹ ਵੀ ਮੰਨ ਲੈਂਦੇ ਆ ਕਿ ਹੋ ਸਕਦਾ ਹੈ ਇੰਨੇ ਪ੍ਰਬੰਧ ਦੇ ਵਿੱਚ ਵੀਸੀ ਨੂੰ ਨਹੀਂ ਪਤਾ ਲੱਗਿਆ, ਪਰ ਇਹ ਤਾਂ ਸਮੇਂ ਦੀ ਲੋੜ ਹੈ। ਬਿਲਕੁਲ ਹਰ ਬੰਦਾ ਇਹ ਸੋਚ ਰਿਹਾ ਵੀ ਵੈਂਟੀਲੇਟਰ ਕਿੱਥੇ ਹੈ, ਆਕਸੀਜਨ ਕਿੱਥੇ ਹੈ। ਜਦੋਂ ਦੁਬਾਰਾ ਕਰੋਨਾ ਦਾ ਹੁਣ ਦੁਬਾਰਾ ਇਹ ਜਿਹੜੀ ਨਵੀਂ ਵੇਵ ਆਈ ਤਾਂ ਸਭ ਤੋਂ ਪਹਿਲੀ ਚੀਜ਼ ਹੀ ਵੀਸੀ ਨੂੰ ਇਹ ਪੁੱਛਣੀ ਚਾਹੀਦੀ ਸੀ ਵੀ ਆਪਣੇ ਮੈਡੀਕਲ ਕਾਲਜ ਦੇ ਵਿੱਚ ਵੈਂਟੀਲੇਟਰ ਕਿੰਨੇ ਹੈ, ਮਰੀਜ਼ ਕਿੰਨੇ ਆਉਂਦੇ ਆ ਰੋਜ਼, ਉਹਨਾਂ ਦੇ ਹਿਸਾਬ ਤੇ ਪੂਰਤੀ ਹੋ ਰਹੀ ਹੈ ਕਿ ਨਹੀਂ ਹੋ ਰਹੀ, ਵੱਧ ਚਾਹੀਦੇ ਹੈ ਕਿ ਨਹੀਂ ਚਾਹੀਦੇ, ਜੇ ਚਾਹੀਦੇ ਹੈ ਤਾਂ ਸਰਕਾਰ ਨੂੰ ਲਿਖਿਆ ਕਿ ਨਹੀਂ ਲਿਖਿਆ। ਇਹ तमाम ਸਵਾਲ ਨੇ। ਕੀ ਸੁੱਤੇ ਪਏ ਸੀ? ਬਿਲਕੁਲ। ਔਰ ਸੁੱਤੇ ਪਏ ਸੀ ਤਾਂ ਫਿਰ ਇਸ ਗੱਲ ਦੀ ਜਵਾਬ ਦਾ ਹੀ ਵੀਸੀ ਦੀ ਵੀ ਬਣਦੀ ਹੈ। ਦੂਜੀ ਗੱਲ ਹੈ, ਜੇ ਵੀਸੀ ਨੇ ਸਰਕਾਰ ਨੂੰ ਲਿਖਤਾ, ਹੈਲਥ ਡਿਪਾਰਟਮੈਂਟ ਨੂੰ, ਮਿਨਿਸਟਰੀ ਨੂੰ ਲਿਖਿਆ ਤੇ ਉਹਨਾਂ ਨੇ ਅੱਗੋਂ ਕੇਂਦਰ ਨੂੰ ਲਿਖਿਆ ਕਿ ਨਹੀਂ ਲਿਖਿਆ ਕਿ ਸਾਡੇ ਵੈਂਟੀਲੇਟਰ ਜਿਹੜੇ ਭੇਜੇ ਸੀ ਉਹ ਖਰਾਬ ਕਿਉਂ ਭੇਜੇ ਆ ਤੁਸੀਂ। ਉਸ ਤੋਂ ਬਾਅਦ ਅੱਜ ਕੀ ਹੁੰਦਾ ਹੈ, ਕੁਲਤਾਰ ਸੰਧਵਾ ਕਹਿੰਦੇ ਆ ਉਹ 62 ਮੰਨ ਲੈਂਦੇ ਆ ਖਰਾਬ ਪਏ ਆ। ਸੁਖਬੀਰ ਬਾਦਲ ਨੇ ਹੁਣ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਕਿ ਉਹ ਵੈਂਟੀਲੇਟਰ ਠੀਕ ਕਰਾ ਕੇ ਦਿਓ। ਤਾਂ ਇਹਦਾ ਮਤਲਬ ਇਸ ਪੂਰੇ ਮਾਮਲੇ ਦੇ ਵਿੱਚ ਜੇ ਕੇਂਦਰ ਨੇ ਮਾੜੇ ਭੇਜੇ ਜਾਂ ਖਰਾਬ ਭੇਜੇ ਸੀ ਤਾਂ ਪਹਿਲਾਂ ਕਿਉਂ ਨਹੀਂ ਸਵਾਲ ਉੱਠਿਆ? ਬਿਲਕੁਲ। ਤੇ ਹੁਣ ਇਸ ਦੀ ਜ਼ਿੰਮੇਵਾਰੀ ਕੇਂਦਰ ਤੋਂ ਹਟ ਕੇ ਪੰਜਾਬ ਦੀ ਸਰਕਾਰ ਤੇ ਵੱਧ ਹੈ ਜੀ। ਜੇ ਉਹ ਫੋਟੋ ਨਾ ਆਉਂਦੀ, ਜੇ ਕੁਲਤਾਰ ਸੰਧਵਾ ਨਾ ਪੁੱਛਦੇ ਤਾਂ ਪਏ ਕਬਾੜ ਹੋਈ ਜਾਣੇ ਸੀ। ਬਿਲਕੁਲ। ਤੀਜੀ ਗੱਲ ਹੈ, ਹੁਣ ਉਹਨਾਂ ਨੇ ਕਿਹਾ ਕਿ 42 ਵੈਂਟੀਲੇਟਰ ਸਾਡੇ ਕੋਲ ਐਸੇ ਨੇ ਜਿਹੜੇ ਵਰਕਿੰਗ ਨੇ ਜੀ, 10 ਦੀ ਸਾਨੂੰ ਹੋਰ ਲੋੜ ਹੈ। ਉਹ ਜਿਹੜੀ 10 ਦੀ ਲੋੜ ਪਈ ਉਹ ਅੱਜ ਕਿਉਂ ਪਤਾ ਲੱਗਿਆ ਵੀ ਤੁਹਾਨੂੰ 10 ਦੀ ਲੋੜ ਹੈ? ਜੇ ਇਸ਼ੂ ਉੱਠਦਾ ਹੀ ਨਾ ਤਾਂ ਇਹਦਾ ਮਤਲਬ ਫਿਰ ਸੁੱਤੇ ਰਹਿ ਜਾਣਾ ਸੀ, ਬੰਦੇ ਮਰ ਜਾਣੇ ਸੀ। ਤੁਸੀਂ ਕਹਿ ਦੇਣਾ ਸੀ ਜੀ ਹਾਹਾਕਾਰ ਹੋ ਗਈ, ਸਾਡੇ ਕੋਲੇ ਸਾਧਨ ਨਹੀਂ, ਸਾਡੇ ਕੋਲੇ ਵੈਂਟੀਲੇਟਰ ਨਹੀਂ। ਬਿਲਕੁਲ। ਤੁਹਾਡੇ ਯਾਦ ਹੋਣਾ ਸੁਖਬੀਰ ਬਾਦਲ ਨੇ ਜਦੋਂ ਕਰੋਨਾ ਪਿਛਲੇ ਸਾਲ ਆਇਆ ਉਦੋਂ ਫਿਰੋਜ਼ਪੁਰ ਚ ਵੈਂਟੀਲੇਟਰ ਦਿੱਤਾ ਸੀ ਆਪਦੀ ਕਨਸਟੀਟੂਐਂਸੀ ਦੇ ਵਿੱਚ। ਜੀ ਜੀ। ਉਹ ਵੈਂਟੀਲੇਟਰ ਚਾਲੂ ਹਾਲਤ ਚ ਨਹੀਂ, ਪੁੱਛੋ ਕਿਉਂ? ਕਿਉਂ? ਕਾਰਨ ਇਹ ਹੈ ਰਮਨ ਕਿ ਉਹਨੂੰ ਚਲਾਉਣ ਵਾਲਾ ਹੈ ਨਹੀਂ ਕੋਈ। ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਇਹ ਹਾਲਾਤ ਨੇ ਕਿ ਵੈਂਟੀਲੇਟਰਸ ਹੈਗੇ ਆ, ਜਾਂ ਤਾਂ ਹੁਣ ਜਿਵੇਂ ਆਹ ਗੱਲ ਆ ਗਈ ਕਿ ਜਾਂ ਤਾਂ ਵੈਂਟੀਲੇਟਰ ਹੈ ਨਹੀਂ ਜੀ। ਜਿੱਥੇ ਬਹੁਤਾਤ ਦੇ ਵਿੱਚ ਹੁਣ ਤੁਸੀਂ ਦੇਖੋ ਕਿ 62 ਵੈਂਟੀਲੇਟਰ, ਇੱਥੇ ਇੱਕ ਵੈਂਟੀਲੇਟਰ ਨਹੀਂ ਮਿਲਦਾ, 62 ਵੈਂਟੀਲੇਟਰ ਪਏ ਆ। ਉਹ ਕਹਿੰਦੇ ਜੀ ਖਰਾਬ ਪਏ ਆ, ਉਹ ਤਾਂ ਵਰਕਿੰਗ ਨਹੀਂ ਹੈ, ਉਹ ਤਾਂ ਜਦੋਂ ਆਏ ਸੀ ਖਰਾਬ ਸੀਗੇ। ਉਸ ਤੋਂ ਬਾਅਦ ਜਿੱਥੇ ਕਿਤੇ ਪਏ ਆ ਉੱਥੇ ਬੰਦੇ ਹੈ ਨਹੀਂ ਆਪਰੇਟ ਕਰਨ ਵਾਲੇ। ਇਹ ਕੱਲੀ ਸਾਨੂੰ ਇੱਥੋਂ ਨਹੀਂ ਹੈ, ਹੋਰ ਬਹੁਤ ਸਾਰੇ ਹਸਪੀਟਲਸ ਤੋਂ ਇਹ ਖਬਰ ਆਈ ਕਿ ਵੈਂਟੀਲੇਟਰ ਤਾਂ ਹੈਗਾ ਜੀ ਲੇਕਿਨ ਵੈਂਟੀਲੇਟਰ ਚਲਾਉਣ ਵਾਲਾ ਨਹੀਂ ਹੈ। ਕੱਲ ਰਤਨ ਲਾਲ ਇੱਕ ਪੱਤਰਕਾਰ ਨੇ ਫਿਰੋਜ਼ਪੁਰ ਦੇ, ਉਹਨਾਂ ਦੀ ਕਰੋਨਾ ਕਰਕੇ ਮੌਤ ਹੋ ਗਈ। ਸੀਨੀਅਰ ਜਰਨਲਿਸਟ ਸੀਗੇ ਜੀ, ਕਈ ਸਾਲਾਂ ਤੋਂ ਪੱਤਰਕਾਰੀ ਕਰ ਰਹੇ ਸੀ, ਅੱਜ ਕੱਲ ਕਿਸੇ ਵੈਬ ਚੈਨਲ ਵਾਸਤੇ ਕੰਮ ਕਰਦੇ ਸੀ, ਸ਼ਾਇਦ ਆਪਣਾ ਕਰਦੇ ਸੀਗੇ ਜੀ। ਉਹ ਜਦੋਂ ਉਹਨਾਂ ਦੀ ਖਬਰ ਆਈ ਤਾਂ ਮੈਂ ਇੱਕ ਸੀਨੀਅਰ ਪੱਤਰਕਾਰ ਨੂੰ ਫਿਰੋਜ਼ਪੁਰ ਫੋਨ ਲਾ ਕੇ ਪੁੱਛਿਆ ਕਿ ਇਸ ਤਰ੍ਹਾਂ ਕਰਕੇ ਉਹਨਾਂ ਦੀ ਮੌਤ ਹੋ ਗਈ ਔਰ ਕੀ ਹੈ, ਪਰਿਵਾਰ ਦਾ ਪੁੱਛਿਆ ਤਾਂ ਕੀ ਮੈਡੀਕਲ ਸਹੂਲਤ ਮਿਲੀ ਕਿ ਨਹੀਂ ਮਿਲੀ ਜੀ। ਉਦੋਂ ਉਹਨਾਂ ਨੇ ਦੱਸਿਆ ਕਿ ਦੇਖੋ ਫਿਰੋਜ਼ਪੁਰ ਦੇ ਵੀ ਇਹ ਹਾਲਾਤ ਨੇ ਕਿ ਉੱਥੇ ਵੈਂਟੀਲੇਟਰ ਤਾਂ ਹੈਗਾ ਪਰ ਵੈਂਟੀਲੇਟਰ ਚਲਾਉਣ ਵਾਲਾ ਕੋਈ ਨਹੀਂ। ਜਿਹੜਾ ਸੁਖਬੀਰ ਬਾਦਲ ਨੇ ਵੀ ਦਿੱਤਾ ਤਾਂ ਉਹ ਵੀ ਕੋਈ ਚਲਾਉਣ ਵਾਲਾ ਉੱਥੇ ਇਸ ਵੇਲੇ ਨਹੀਂ ਹੈਗਾ। ਤਾਂ ਇਹ ਬਹੁਤ ਕੁਐਸਚਨੇਬਲ ਥਿੰਗ ਹੈ ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਜੀ। ਕਿ ਜਿਹੜਾ ਰੋਜ਼ ਦਾ ਰੇੜਕਾ ਕੈਪਟਨ ਸਿੱਧੂ ਦਾ ਪਾ ਕੇ ਤੇ ਕਰੋਨਾ ਵਾਲੇ ਮੁੱਦੇ ਤੋਂ ਲੋਕਾਂ ਦਾ ਧਿਆਨ ਹੀ ਭਟਕਾਤਾ ਤੁਸੀਂ ਰੋਜ਼ ਕਹਿ ਰਹੇ ਹੋ ਕੈਪਟਨ ਨੇ ਆਹ ਕਹਿਤਾ, ਕੈਪਟਨ ਦਾ ਖੇਮਾ ਇੱਥੇ ਆ ਗਿਆ, ਸਿੱਧੂ ਦਾ ਖੇਮਾ ਇਹ ਕਹਿ ਰਿਹਾ, ਅੱਜ ਫਲਾਨੇ ਆਗੂ ਇਕੱਠੇ ਹੋ ਗਏ ਜੀ, ਅੱਜ ਨੇਰੀ ਲਿਆਤੀ, ਅੱਜ ਰੇਲ ਬੰਨਤੀ, ਉਹ ਕੈਪਟਨ ਨੂੰ ਪੁੱਛੀ ਜਾਂਦਾ, ਕੈਪਟਨ ਉਹਨੂੰ ਕਹਿ ਰਿਹਾ। ਇਹਦੇ ਵਿੱਚ ਕਰੋਨਾ ਦੇ ਪ੍ਰਬੰਧ ਕਿੱਥੇ ਨੇ? ਔਰ ਕੀ ਹੋਇਆ ਕਿ ਸਾਰੀ ਪੱਤਰਕਾਰੀ ਦਾ ਫੋਕਸ ਵੀ ਉਧਰ ਨੂੰ ਜਾਣਾ ਸਾਡਾ ਸ਼ੁਰੂ ਹੋ ਗਿਆ। ਬਿਲਕੁਲ ਜ਼ਾਹਰ ਜੀ ਗੱਲ ਹੈ, ਸਟੇਟ ਦੀ ਐਡੀ ਵੱਡੀ ਪੋਲੀਟੀਕਲ ਖਬਰ ਹੈ ਤਾਂ ਅਸੀਂ ਬਤੌਰ ਪੱਤਰਕਾਰ ਉਹਨੂੰ ਕਵਰ ਵੀ ਕਰਨਾ ਹੈ, ਅਸੀਂ ਉਹਦੇ ਬਾਰੇ ਜਨਤਾ ਨੂੰ ਦੱਸਣਾ ਵੀ ਹੈ ਵੀ ਆਹ ਐਡੀ ਵੱਡੀ ਹੈਪਨਿੰਗ ਹੋ ਰਹੀ ਹੈ। ਪਰ ਇਸ ਸਭ ਦੇ ਵਿੱਚ ਜਦੋਂ 8-8000 ਕੇਸ ਰੋਜ਼ ਦਾ, 85-8600 ਕੇਸ ਕੱਲ ਦਾ ਹੁਣ, ਮੌਤਾਂ ਜਦੋਂ ਵੱਧ ਰਹੀਆਂ ਹੋਣ ਜੀ, ਉਸ ਵੇਲੇ ਜਦੋਂ ਦਿੱਲੀ ਦੇ ਵਿੱਚ ਅਸੀਂ ਦੇਖਿਆ ਕਿ ਕੀ ਹਾਲਾਤ ਬਣੇ ਆ, ਉਸ ਸਿਚੁਏਸ਼ਨ ਦੇ ਵਿੱਚ ਇੰਨੀ ਗੰਭੀਰਤਾ ਤੇ ਸੀਰੀਅਸਨੈਸ ਨਹੀਂ ਹੈ ਕਿ ਇੱਕ ਵਾਰ ਤੁਸੀਂ ਪੂਰੇ ਸੂਬੇ ਦੇ ਵੱਡੇ ਹਸਪਤਾਲਾਂ ਦਾ ਕ੍ਰਾਸ ਚੈੱਕ ਕਰਾਓ। ਬਿਲਕੁਲ ਸਹੀ। ਆਪਾਂ ਪਿਛਲੇ ਐਪੀਸੋਡ 'ਚ ਜ਼ਿਕਰ ਕੀਤਾ ਸੀ ਕਿ ਸਰਕਾਰ ਆਰਜੀ ਹਸਪੀਟਲ ਬਣਾਉਣ ਬਾਰੇ ਕਿਉਂ ਨਹੀਂ ਸੋਚ ਰਹੀ, ਧਿਆਨ ਕਿੱਥੇ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੈਪਟਨ ਸਾਹਿਬ
ਜੇ ਉੱਥੇ ਵੈਂਟੀਲੇਟਰ ਖਰਾਬ ਹੋਏ ਤੇ ਕੁਲਤਾਰ ਸੰਧਵਾ ਤੁਹਾਨੂੰ ਦੱਸਦੇ ਪਏ। ਬਿਲਕੁਲ ਤੁਸੀਂ ਇੰਟਰਨਲੀ ਪਹਿਲਾਂ ਕ੍ਰਾਸ ਚੈਕਿੰਗ, ਤੁਹਾਡੀ ਇੱਕ ਇੰਟਰਨਲ ਆਡਿਟ ਹੀ ਹੋ ਜਾਂਦਾ ਹੈ। ਜਦੋਂ ਆਪਾਤਕਾਲੀਨ ਸਥਿਤੀ ਐਮਰਜੈਂਸੀ ਬਣੀ ਹੈ, ਸਭ ਤੋਂ ਪਹਿਲਾਂ ਹੈਲਥ ਮਿਨਿਸਟਰ ਤੇ ਮੁੱਖ ਮੰਤਰੀ ਇੱਕ ਮੀਟਿੰਗ ਕਰਕੇ ਇਹ ਪੁੱਛਣ ਵੀ ਪੂਰੇ ਸੂਬੇ 'ਚ ਵੈਂਟੀਲੇਟਰ ਕਿੰਨੇ ਹੈ, ਆਕਸੀਜਨ ਦੇ ਪਲਾਂਟਸ ਕਿੰਨੇ ਹੈ, ਕਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈ। ਹੁਣ ਅਰਵਿੰਦ ਕੇਜਰੀਵਾਲ ਅੱਜ ਕਹਿ ਰਹੇ ਆ ਉੱਥੇ ਵੀ ਸਾਨੂੰ ਇੰਨੀ ਆਕਸੀਜਨ ਚਾਹੀਦੀ ਸੀ ਜੀ, ਇੰਨੀ ਸਾਨੂੰ ਪ੍ਰੋਵਾਈਡ ਹੈ, ਸਾਨੂੰ ਘੱਟ ਹੈ ਇੰਨੀ। ਪੰਜਾਬ ਨੇ ਆਪਣਾ ਹੁਣ ਤੱਕ ਐਸਟੀਮੇਟ ਜਨਤਕ ਕਰੋ ਕਿ ਇੰਨੀ ਆਕਸੀਜਨ ਚਾਹੀਦੀ ਹੈ ਜੇ ਸਾਨੂੰ ਲੋੜ ਪਈ ਤਾਂ। ਇੱਕ ਐਸਟੀਮੇਟ ਹੈ ਨਾ। ਪਿਛਲੇ ਸਾਲ ਜੋ ਐਸਟੀਮੇਟ ਦੇਤਾ ਸੀ ਵੀ ਪੰਜਾਬ ਦੇ 80% ਲੋਕ ਕੋਰੋਨਾ ਤੋਂ ਪੀੜਤ ਹੋ ਜਾਣਗੇ, ਹੁਣ ਵੀ ਉਹ ਐਸਟੀਮੇਟ ਲਾਓ ਕਿ ਸਾਡੀ ਐਂਟੀਸਿਪੇਸ਼ਨ ਹੈ ਕਿ ਇੰਨੇ ਕੁ ਲੋਕ ਇੰਨੇ ਦਿਨਾਂ ਬਾਅਦ ਹੋ ਸਕਦੇ ਆ ਪੋਜ਼ਿਟਿਵ ਤੇ ਸਾਨੂੰ ਇੰਨੀ ਆਕਸੀਜਨ ਦੀ ਲੋੜ ਪੈ ਸਕਦੀ ਹੈ, ਸਾਨੂੰ ਇੰਨੇ ਵੈਂਟੀਲੇਟਰਸ ਦੀ ਲੋੜ ਪੈ ਸਕਦੀ ਹੈ। ਮੈਂ ਹੈਰਾਨ ਆ 62 ਵੈਂਟੀਲੇਟਰ ਖਰਾਬ ਪਏ ਹੋਣ ਔਰ ਬਾਅਦ ਦੇ ਵਿੱਚ ਇੱਕ ਜੇ ਆਗੂ ਨੇ ਰੌਲਾ ਪਾਇਆ, ਉਹ ਵੀ ਪੋਲੀਟੀਕਲ ਗੱਲ ਹੈ ਕਿ ਤੁਹਾਡੀ ਆਪੋਜੀਸ਼ਨ ਰੌਲਾ ਪਾਉਂਦੀ ਹੈ ਤੇ ਵੀਸੀ ਫਿਰ ਉੱਥੇ ਕੀ ਕਰ ਰਹੇ ਸੀ, ਉਹਨਾਂ ਦੀ ਜ਼ਿੰਮੇਵਾਰੀ ਕੀ ਸੀ, ਉੱਥੋਂ ਦੇ ਅਧਿਕਾਰੀ ਕੀ ਕਰ ਰਹੇ ਸੀ, ਉਹ ਬੰਦ ਪਏ। ਹੁਣ ਵੀ ਇਹ ਕ੍ਰਾਸ ਚੈੱਕ ਕੀਤਾ ਜਾਵੇ ਕਿ ਜਿਹੜੇ 42 ਵੈਂਟੀਲੇਟਰ ਵਰਕਿੰਗ 'ਚ ਨੇ, 42 ਵੈਂਟੀਲੇਟਰ ਚਲਾਉਣ ਵਾਲਾ ਇਨਫ ਸਟਾਫ ਹੈਗਾ ਵੈਂਟੀਲੇਟਰ ਚਲਾਉਣ ਵਾਲਾ ਕਿ ਨਹੀਂ ਹੈਗਾ, ਇਹ ਵੀ ਕੁਐਸਚਨੇਬਲ ਗੱਲ ਹੈ। ਬਿਲਕੁਲ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਸਿਮਰਨ ਜੀ ਕਿ ਕੇਜਰੀਵਾਲ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਕੈਪਟਨ ਸਾਹਿਬ ਤੋਂ ਵੀ ਪੁੱਛ ਪੜਤਾਲ ਕਰ ਸਕਦੇ ਆ ਕਿ ਸਾਨੂੰ ਆਹ ਚਾਹੀਦਾ, ਕੇਜਰੀਵਾਲ ਸਾਹਿਬ ਹੁਣ ਆਕਸੀਜਨ ਤੋਂ ਬਾਅਦ ਦੂਸਰੇ ਮੁੱਦੇ ਦੇ ਉੱਤੇ ਆ ਗਏ ਹੋਏ ਆ। ਉਹ ਕਹਿੰਦੇ ਵੀ ਜੇ ਵੈਕਸੀਨੇਸ਼ਨ ਪੂਰੀ ਨਹੀਂ ਹੋ ਰਹੀ ਤੇ ਵੈਕਸੀਨੇਸ਼ਨ ਦਾ ਜਿਹੜਾ ਫਾਰਮੂਲਾ ਕੇਂਦਰ ਨੂੰ ਹੋਰਾਂ ਕੰਪਨੀਆਂ ਨਾਲ ਸ਼ੇਅਰ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਕਿ ਇਹ ਜਾਇਜ਼ ਗੱਲ ਹੈਗੀ ਹੈ ਤੇ ਇਦਾਂ ਹੋ ਜਾਣਾ ਚਾਹੀਦਾ? ਦੇਖੋ ਦਿੱਲੀ 'ਚ ਕੀ ਮੁਸੀਬਤ ਬਣੀ, ਦਿੱਲੀ ਦੇ ਵਿੱਚ 18 ਤੋਂ 45 ਦੀ ਜਿਹੜੀ ਵੈਕਸੀਨੇਸ਼ਨ ਹੈ ਉਹ ਫॉर ਦਾ ਟਾਈਮ ਬੀਇੰਗ ਬੰਦ ਕਰ ਦਿੱਤੀ ਗਈ ਹੈ ਜੀ। ਸਰਕਾਰ ਨੂੰ ਕਿਉਂ ਕਰਨਾ ਪਿਆ? ਦੋ ਕੰਪਨੀਆਂ ਸਾਨੂੰ ਪਤਾ ਹੈ ਸਾਡੇ ਮੁਲਕ ਦੇ ਵਿੱਚ ਵੈਕਸੀਨ ਬਣਾ ਰਹੀਆਂ, ਉਹਦੇ ਚੋਂ ਭਾਰਤ ਬਾਇਓਟੈਕ ਇੱਕ ਕੰਪਨੀ ਹੈ ਜਿਹੜੀ ਕੋਵੈਕਸਿਨ ਬਣਾਉਂਦੀ ਹੈ ਜੀ। ਬਹੁਤ ਸਾਰੀਆਂ ਕੰਟਰੇਰੀ ਚੀਜ਼ਾਂ ਆਈਆਂ ਸਾਹਮਣੇ। ਪਹਿਲੀ ਗੱਲ ਤਾਂ ਜੇ ਆਈ ਕਿ ਮਨੀਸ਼ ਸਿਸੋਦੀਆ ਦਿੱਲੀ ਦੇ ਉਪ ਮੁੱਖ ਮੰਤਰੀ ਇੱਕ ਟਵੀਟ ਕਰਦੇ ਆ ਕਿ ਕੋਵੈਕਸਿਨ ਦੀ ਡਿਮਾਂਡ ਕੀਤੀ ਸੀ, ਭਾਰਤ ਜਿਹੜੀ ਬਾਇਓਟੈਕ ਹੈ ਉਹਨਾਂ ਨੇ ਵੈਕਸੀਨ ਦੇਣ ਤੋਂ ਮਨਾ ਕਰਤਾ ਦਿੱਲੀ ਨੂੰ ਜੀ। ਹੁਣ ਇਹ ਆਪਣੇ ਆਪ ਦੇ ਵਿੱਚ ਕੁਐਸਚਨੇਬਲ ਹੈ ਕਿ ਦੇਸ਼ ਦੀ ਰਾਜਧਾਨੀ ਨੂੰ ਮਨਾ ਹੋ ਜੇ ਵੈਕਸੀਨ ਦੇਣ ਵਾਸਤੇ, ਇਹਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਤਾਂ ਨਹੀਂ ਹੈ ਜੀ। ਉਸ ਕੰਪਨੀ ਤੋਂ ਜਦੋਂ ਜਵਾਬ ਮੰਗਿਆ ਗਿਆ ਤਾਂ ਭਾਰਤ ਬਾਇਓਟੈਕ ਨੇ ਆਪਣੇ ਜਵਾਬ 'ਚ ਲਿਖਿਆ ਕਿ ਅਸੀਂ ਪੂਰੇ ਮੁਲਕ ਦੇ ਵਿੱਚ 18 ਸੂਬਿਆਂ ਨੂੰ ਸਪਲਾਈ ਕਰ ਰਹੇ ਹਾਂ ਤੇ ਜੋ ਗਾਈਡਲਾਈਨਸ ਨੇ ਕੇਂਦਰ ਸਰਕਾਰ ਦੀਆਂ ਉਹਦੇ ਤਹਿਤ ਹੀ ਵੈਕਸੀਨੇਸ਼ਨ ਸਪਲਾਈ ਹੋ ਰਹੀ ਹੈ। ਇੱਕ ਤਾਂ ਇਹ ਗੱਲ ਹੋ ਗਈ ਜੀ। ਉਸ ਤੋਂ ਬਾਅਦ ਹਾਲਾਂਕਿ ਜਦੋਂ ਮਨੀਸ਼ ਸਿਸੋਦੀਆ ਨੇ ਇਸ ਚਿੱਠੀ ਨੂੰ, ਜਿਹੜੀ ਭਾਰਤ ਬਾਇਓਟੈਕ ਦੀ ਚਿੱਠੀ ਨੂੰ ਜਨਤਕ ਕਰਤਾ ਜੀ, ਜੋ ਦਿੱਲੀ ਸਰਕਾਰ ਨੂੰ ਆਈ ਸੀ, ਔਰ ਉਹਨਾਂ ਨੇ ਕਹਿਤਾ ਕਿ ਭਾਰਤ ਬਾਇਓਟੈਕ ਮੰਨ ਰਹੀ ਹੈ ਜੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਸਰਕਾਰ ਜਿਹੜੀ ਹੈ ਉਹ ਵੈਕਸੀਨ ਪ੍ਰੋਵਾਈਡ ਕਰ ਰਹੀ ਹੈ ਜੀ। ਜਦ ਕਿ ਦੂਜੇ ਪਾਸੇ ਜਵਾਬ ਆ ਜਾਂਦਾ ਭਾਰਤ, ਉਸੇ ਟਵੀਟ ਦਾ ਜਿਹੜਾ ਰਿਪਲਾਈ ਆਉਂਦਾ ਹੈ ਜੀ, ਉਹ ਉਹਨਾਂ ਦੀ ਜਿਹੜੀ ਕੋ-ਫਾਊਂਡਰ ਹੈ ਉਹ ਇਹ ਗੱਲ ਲਿਖਦੀ ਹੈ ਵੀ ਇਹ ਬਿਲਕੁਲ ਗਲਤ ਸਾਡੇ ਤੇ ਦੋਸ਼ ਹੈ ਜੀ। ਸਾਡੇ ਤਾਂ 50 ਲੋਕ ਵੀ ਜਿਹੜੇ ਹੈ ਉਹ ਜਿਹੜੇ ਕਰੋਨਾ ਗ੍ਰਸਤ ਹੋ ਕੇ ਘਰਾਂ 'ਚ ਹੈ, ਫਿਰ ਵੀ ਅਸੀਂ ਦਿਨ ਰਾਤ ਕੰਮ ਕਰਕੇ ਅਸੀਂ ਵੈਕਸੀਨ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ 18 ਸੂਬਿਆਂ ਦੇ ਵਿੱਚ ਵੈਕਸੀਨੇਸ਼ਨ ਪਹੁੰਚਾ ਰਹੇ ਹਾਂ ਜੀ। ਇਹਦੇ 'ਚ ਕਮਾਲ ਦੀ ਗੱਲ ਇਹ ਨਿਕਲੀ ਕਿ ਜਿਹੜੀ ਸਰਕਾਰ ਦੀ, ਕੇਂਦਰ ਸਰਕਾਰ ਦੀ 1 ਮਈ ਦੀ ਪਾਲਿਸੀ ਹੈ ਜੀ। 1 ਮਈ ਦੀ ਪਾਲਿਸੀ ਇਹ ਕਹਿੰਦੀ ਹੈ ਕਿ ਕੇਂਦਰ ਨੂੰ, ਜਿਹੜੀਆਂ ਦੋਨੋਂ ਕੰਪਨੀਆਂ, ਕੇਂਦਰ ਸਰਕਾਰ ਨੂੰ 45 ਤੋਂ ਵੱਧ ਦੀ ਉਮਰ ਜੀ, ਹੈਲਥ ਵਰਕਰ ਤੇ ਫਰੰਟ ਲਾਈਨ ਵਰਕਰ ਵਾਸਤੇ ਜੋ ਤੈਅ ਰੇਟ ਨੇ ਉਹਦੇ ਉੱਤੇ ਵੈਕਸੀਨੇਸ਼ਨ ਪ੍ਰੋਵਾਈਡ ਕਰਾਵੇ। ਪ੍ਰੋਡਕਸ਼ਨ ਦੀ 50% ਜੀ ਜੀ, ਜਿੰਨੀ ਪ੍ਰੋਡਕਸ਼ਨ ਹੋ ਰਹੀ ਉਹਦੀ 50% ਜੀ, ਤੇ ਬਾਕੀ 50% ਤੋਂ ਕੰਪਨੀਆਂ ਨੂੰ ਅਲਾਓ ਕਰ ਦਿੰਦੇ ਆ ਕਿ ਤੁਸੀਂ ਸਟੇਟਸ ਨੂੰ ਵੇਚ ਸਕਦੇ ਹੋ ਆਪਦੇ ਰੇਟ ਦੇ ਹਿਸਾਬ ਤੇ। ਅੱਛਾ, ਹੁਣ ਇਹਦੇ ਚ ਦੇਖੋ ਕਿੰਨੀ ਵੱਡੀ ਗੱਲ ਹੈ ਜੀ। ਜੇ ਉਹ ਮੁਨਾਫੇ ਤੇ ਵੇਚ ਰਿਹਾ, ਇਹ ਕੀ ਸਮਾਂ ਹੈਗਾ? ਕੀ ਹਿਊਮੈਨਿਟੀ ਨੂੰ ਬਚਾਉਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਕੰਪਨੀਆਂ ਮੁਨਾਫਾ ਕਮਾ ਲੈਣ? ਇਹ ਬਹੁਤ ਵੱਡਾ ਸਵਾਲ ਹੈ। ਕੇਂਦਰ ਸਰਕਾਰ ਆਪ ਕਹਿ ਰਹੀ ਹੈ ਕਿ ਤੁਸੀਂ 50% ਆਫ ਪ੍ਰੋਡਕਸ਼ਨ ਸਾਨੂੰ ਦੇ ਕੇ, ਜੋ ਅਸੀਂ 45 ਸਾਲ ਤੋਂ ਵੱਧ ਫਰੰਟ ਲਾਈਨ ਵਰਕਰ ਤੇ ਹੈਲਥ ਵਰਕਰ ਨੂੰ ਦੇਣੀ ਹੈ, ਬਾਕੀ ਤੁਸੀਂ ਜੋ ਤੁਸੀਂ ਵੱਧ ਰੇਟ ਦੇ ਉੱਤੇ ਦੇਣਾ ਚਾਹੁੰਦੇ ਹੋ ਸਟੇਟ ਨੂੰ ਦੇ ਦਿਓ। ਕਿਤੇ ਇਹੀ ਵਜ੍ਹਾ ਤਾਂ ਨਹੀਂ ਜਿਹੜੀ ਉਹ ਪਾਰਸ਼ਲ ਕਹਿ ਰਹੇ ਆ ਸਟੇਟਸ? ਦੇਖੋ ਇਹੀ ਤਾਂ ਗੱਲ ਹੈ ਕਿ ਹੁਣ ਦਿੱਲੀ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਦੇਣ ਤੋਂ ਇਨਕਾਰੀ ਹੋਗੀ ਭਾਰਤ ਬਾਇਓਟੈਕ ਜੀ। ਭਾਰਤ ਬਾਇਓਟੈਕ ਕਹਿ ਰਹੀ ਹੈ ਕਿ ਅਸੀਂ, ਸੁਚਿਤਰਾ ਐਲਾ ਉਹਨਾਂ ਦੀ ਜਿਹੜੀ ਕੋ-ਫਾਊਂਡਰ ਹੈ ਉਹ ਟਵੀਟ ਕਰਦੀ ਹੈ ਕਿ ਅਸੀਂ ਤਾਂ
ਜੋ ਗਾਈਡਲਾਈਨ ਹੈ ਉਹਦੇ ਤਹਿਤ ਦੇ ਰਹੇ ਹਾਂ। ਪਰ ਗਾਈਡਲਾਈਨ ਕੀ ਕਹਿ ਰਹੀ ਹੈ? ਗਾਈਡਲਾਈਨ ਤਾਂ ਕਹਿ ਰਹੀ ਹੈ ਕਿ ਤੁਸੀਂ 50% ਆਪਦੇ ਹਿਸਾਬ ਤੇ ਜੇ ਸਟੇਟ ਨੂੰ ਜਿਹੜੀ ਨੂੰ ਵੇਚਣਾ ਚਾਹੁੰਦੇ ਹੋ ਵੇਚ ਦਿਓ। ਤਾਂ ਇਹ ਪੂਰੀ ਤਿੰਨਾਂ ਗੱਲਾਂ ਦੇ ਵਿੱਚ ਕੰਟਰਾਡਿਕਸ਼ਨ ਹੈ। ਇਹ ਸਵਾਲ ਹੈ ਬਹੁਤ ਵੱਡੇ ਕਿ ਆਖਰ ਦਿੱਲੀ ਦੇ ਨਾਲ ਜੇ ਵਿਤਕਰਾ ਹੋ ਰਿਹਾ ਤਾਂ ਕਿਉਂ ਹੋ ਰਿਹਾ। ਇਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਉੱਤੇ ਹੋਰ ਇੱਕ ਚੌਕਾ ਮਾਰਤਾ ਉਹਨਾਂ ਨੇ ਸਵਾਲ ਖੜਾ ਕਰਤਾ। ਹੁਣ ਗੱਲ ਹੈ ਹਿਊਮੈਨਿਟੀ ਦੀ। ਅੱਜ ਦੇਸ਼ ਜਿਹੜਾ ਹੈ ਉਹ ਹਿਊਮੈਨਿਟੀ ਲਈ ਅਸੀਂ ਇਨਸਾਨੀਅਤ ਦੀ ਲੜਾਈ ਲੜ ਰਹੇ ਹਾਂ। ਅੱਜ ਮੌਤਾਂ ਹੋ ਰਹੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੱਕ ਹਰੇਕ ਦਾ ਮੋਟਿਵ ਜੋ ਸਰਕਾਰਾਂ ਦਾ ਹੁੰਦਾ ਹੈ, ਸਰਕਾਰਾਂ ਪ੍ਰੋਫਿਟਸ ਵਾਸਤੇ ਕੰਮ ਨਹੀਂ ਕਰਦੀਆਂ, ਪਬਲਿਕ ਵੈਲਫੇਅਰ ਵਾਸਤੇ ਕੰਮ ਕਰਦੀਆਂ। ਇਹ ਪਹਿਲੀ ਚੀਜ਼ ਹੁੰਦੀ ਹੈ। ਤਾਂ ਹੀ ਤਾਂ ਅਸੀਂ ਇਹਨੂੰ ਪਬਲਿਕ ਕਹਿੰਦੇ ਆ ਕਿ ਇਹ ਪਬਲਿਕ ਸੈਕਟਰ ਹੈ। ਪਬਲਿਕ ਸੈਕਟਰ ਜਿਹੜਾ ਹੁੰਦਾ ਉਹਦੀ ਇੱਕ ਕੈਰੈਕਟਰਿਸਟਿਕ ਇਹ ਹੈ ਕਿ ਉਹ ਨਾਨ ਪ੍ਰੋਫਿਟੇਬਲ ਹੁੰਦਾ, ਉਹ ਪ੍ਰੋਫਿਟ ਵਾਸਤੇ ਕੰਮ ਨਹੀਂ ਕਰਦਾ। ਤਾਂ ਅੱਜ ਕੱਲੀ ਪ੍ਰੋਫਿਟ ਦੀ ਗੱਲ ਨਹੀਂ ਹੈ, ਨਾਨ ਪ੍ਰੋਫਿਟੇਬਲ ਦੀ ਗੱਲ ਨਹੀਂ ਹੈ। ਅੱਜ ਤਾਂ ਹਿਊਮੈਨਿਟੀ ਨੂੰ ਬਚਾਉਣ ਦੀ ਗੱਲ ਹੈ। ਜਿਸ ਵੇਲੇ ਪੂਰੀ ਦੁਨੀਆ ਅੱਗੇ ਆ ਰਹੀ ਹੈ, ਜਿਸ ਵੇਲੇ ਪੂਰੀ ਦੁਨੀਆ ਇਹ ਕਹਿ ਰਹੀ ਹੈ ਕਿ ਅਸੀਂ ਡੋਨੇਟ ਕਰ ਰਹੇ ਹਾਂ, ਡੋਨੇਸ਼ਨਸ ਹੋ ਰਹੀਆਂ, ਵਰਲਡ ਸਾਨੂੰ ਆਕਸੀਜਨ ਸਪਲਾਈ ਕਰ ਰਿਹਾ ਹੈ, ਉਸ ਵੇਲੇ ਸਾਡਾ ਆਪਣੇ ਮੁਲਕ ਦੀ ਸਰਕਾਰ ਉਹ ਕੰਪਨੀਆਂ ਜਿਹੜੀਆਂ ਵੈਕਸੀਨ ਬਣਾ ਰਹੀਆਂ ਉਹਨੂੰ ਕਹਿ ਰਹੀਆਂ ਕਿ ਤੁਸੀਂ ਜਿਸ ਰੇਟ ਦੇ ਉੱਤੇ ਜਿਹਨੂੰ ਵੱਧ ਰੇਟਾਂ ਤੇ, ਹਾਲਾਂਕਿ ਕਿਉਂਕਿ ਸਰਕਾਰ ਨੂੰ ਉਹ ਘੱਟ ਰੇਟ ਤੇ ਦੇ ਰਹੀ ਹੈ ਤੈਅ ਰੇਟ ਦੇ ਉੱਤੇ, ਤੁਸੀਂ ਆਪਣੇ ਰੇਟ ਤੇ ਵੇਚ ਦਿਓ। ਇਹਦੇ ਵਿੱਚ ਸਭ ਤੋਂ ਵੱਡਾ ਕੁਐਸਚਨ ਹੈ ਕਿਉਂ ਨਹੀਂ ਸਟੇਟਸ ਨੂੰ ਵੀ, ਕਿਉਂ ਨਹੀਂ ਹਰ ਇੱਕ ਪ੍ਰਾਈਵੇਟ ਅਦਾਰੇ ਨੂੰ ਵੀ ਸਰਕਾਰ ਵੱਲੋਂ ਤੈਅਸ਼ੁਦਾ ਰੇਟ ਦੇ ਉੱਤੇ ਵੈਕਸੀਨੇਸ਼ਨ ਸਪਲਾਈ ਹੋਵੇ। ਜੇ ਦੇਸ਼ ਨੂੰ ਚਲਾਉਣ ਵਾਸਤੇ ਸਬਸਿਡੀਜ਼ ਹੁੰਦੀਆਂ, ਇੰਨਾ ਪੈਸਾ, ਇੰਨੀਆਂ ਚੀਜ਼ਾਂ, ਤੁਸੀਂ ਸੈਂਟਰਲ ਵਿਸਟਾ ਫਿਰ ਰਹਿ ਨਹੀਂ ਸਕਦੇ ਆਪਾਂ ਰੋਜ਼ ਉਹਦੇ ਬਿਨਾ ਗੱਲ ਕਰੇ ਬਿਨਾ 13,500 ਕਰੋੜ ਉਹਦੇ ਤੇ ਲਾਇਆ ਤੁਸੀਂ ਲਾਇਆ ਤਾਂ ਆਪਦੇ ਲੋਕਾਂ ਪਿੱਛੇ। ਜੇ ਲੋਕ ਹੀ ਨਾ ਬਚੇ ਤਾਂ ਕੀ ਕਰੋਗੇ ਉਹਦਾ? ਮੈਂ ਅਗਲੀ ਖਬਰ ਤੋਂ ਪਹਿਲਾਂ ਇਹਦੇ ਵਿੱਚ ਉਹ ਜੋੜਨਾ ਕੇਜਰੀਵਾਲ ਵਾਲੀ ਗੱਲ ਨੂੰ ਕੰਪਲੀਟ ਕਰ ਲਿਆ। ਕੇਜਰੀਵਾਲ ਕੀ ਕਹਿੰਦੇ? ਉਹ ਕਹਿੰਦੇ ਆ ਕਿ ਦੋ ਕੰਪਨੀਆਂ ਕੋਲੇ ਵੈਕਸੀਨ ਦਾ ਫਾਰਮੂਲਾ ਕਿਉਂ ਹੈ? ਹਾਲਾਂਕਿ ਉਹ ਦੋਨਾਂ ਕੰਪਨੀਆਂ ਨੇ ਡਿਵੈਲਪ ਕੀਤਾ ਫਾਰਮੂਲਾ, ਉਹਨਾਂ ਨੇ ਵੈਕਸੀਨ ਬਣਾਈ, ਉਹਨਾਂ ਦਾ ਕਾਪੀਰਾਈਟ ਹੋਣਾ ਹੈ। ਪਰ ਜਦੋਂ ਦੁਨੀਆ ਨੂੰ, ਮਾਨਵਤਾ ਨੂੰ ਤੇ ਆਪਦੇ ਦੇਸ਼ ਨੂੰ ਬਚਾਉਣ ਦੀ ਗੱਲ ਹੈ ਤਾਂ ਉਦੋਂ ਫਾਰਮੂਲਾ ਸ਼ੇਅਰ ਕਿਉਂ ਨਾ ਹੋਵੇ? ਇੱਥੇ ਮੁਨਾਫੇ ਦੀ ਜਾਂ ਇੱਥੇ ਇਹ ਸਵਾਲ ਕਾਪੀਰਾਈਟ ਦਾ ਨਹੀਂ ਹੈ। ਇਹ ਸਵਾਲ ਅੱਜ ਇਨਸਾਨੀਅਤ ਨੂੰ ਬਚਾਉਣ ਦਾ ਹੈ। ਧਰਮ ਇਨਸਾਨੀਅਤ ਹੈ। ਤਾਂ ਇਸ ਕਰਕੇ ਉਹ ਕਹਿੰਦੇ ਕਿ ਸ਼ੇਅਰ ਕੀਤਾ ਜਾਣਾ ਚਾਹੀਦਾ। ਅਰਵਿੰਦ ਕੇਜਰੀਵਾਲ ਕਹਿ ਰਹੇ ਕਿ ਇਹ ਫਾਰਮੂਲਾ ਸ਼ੇਅਰ ਹੋ ਕੇ ਬਾਕੀ ਕੰਪਨੀਆਂ ਨੂੰ ਦਿਓ, ਪ੍ਰੋਡਕਸ਼ਨ ਵੱਧ ਸਕੇ। ਦੋ ਕੰਪਨੀਆਂ ਕੋਲੇ ਪ੍ਰੋਡਕਸ਼ਨ ਨਹੀਂ ਪੂਰੀ ਹੋ ਪਾ ਰਹੀ। ਵੱਡੀ ਗੱਲ ਜਿਹੜੀ ਹੈ ਕਿ 6 ਕਰੋੜ 60 ਲੱਖ ਡੋਜ਼ਸ ਅਸੀਂ ਐਕਸਪੋਰਟ ਕਰ ਚੁੱਕੇ ਹਾਂ, ਇਹ ਨਾ ਭੁੱਲੀਏ। ਅੱਜ 2,87,000 ਡੋਜ਼ਸ ਜਿਹੜੇ ਆਤਿਸ਼ੀ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿ ਰਹੇ ਕਿ ਦਿੱਲੀ ਨੂੰ 11 ਤਰੀਕ ਨੂੰ 18 ਤੋਂ 45 ਵਾਲੀ 2,87,000 ਡੋਜ਼ਸ ਮਿਲੀਆਂ। ਤੁਸੀਂ ਅੱਜ 2 ਲੱਖ 2.5 ਲੱਖ ਡੋਜ਼ਸ ਲਈ ਤਰਸਦੇ ਪਏ ਹੋ। ਤੁਸੀਂ 6 ਕਰੋੜ 60 ਲੱਖ ਡੋਜ਼ ਬਾਹਰਲੇ ਮੁਲਕਾਂ ਨੂੰ ਦੇਤੀਆਂ। ਤੁਸੀਂ ਇਮੇਜਿਨ ਕਰੋ ਕਿ ਅਸੀਂ ਅੱਜ ਕਿਹੜੇ ਕ੍ਰਾਈਸਿਸ 'ਚ ਆ। ਔਰ ਪ੍ਰਧਾਨ ਮੰਤਰੀ ਔਰ ਜਿਹੜਾ ਇਹ ਚੱਲਿਆ ਕਿ ਜੋ ਦਿਖਤਾ ਹੈ ਉਹ ਬਿਕਤਾ ਹੈ, ਸਿਰਫ ਆਪਦੀ ਵਾਹਵਾਈ ਖੱਟਣ ਵਾਸਤੇ, ਬ੍ਰਾਂਡ ਬਿਲਡਿੰਗ ਵਾਸਤੇ ਔਰ ਵਰਲਡ ਲੈਵਲ ਦੇ ਉੱਤੇ ਝੂਠੀ ਸ਼ੌਹਰਤ ਤੇ ਟੌਰ ਬਣਾਉਣ ਵਾਸਤੇ ਕਿ ਅਸੀਂ ਪਤਾ ਨਹੀਂ ਕਿੰਨੇ ਕੁ ਸਮਰਥ ਹੋ ਗਏ, ਜੋ ਨਹੀਂ ਹੋਏ। ਤੁਸੀਂ 60 ਕਰੋੜ 6 ਕਰੋੜ 60 ਲੱਖ ਡੋਜ਼ਸ ਬਾਹਰ ਦੇਤੀਆਂ। ਅੱਜ ਤੁਸੀਂ ਆਪ ਤਰਸ ਰਹੇ ਹੋ, ਤੁਹਾਡੇ ਕੋਲ ਡੋਜ਼ਸ ਨਹੀਂ ਹੈ। ਕਿੰਨੇ ਸੂਬੇ ਪੰਜਾਬ 'ਚ ਜਿਨ੍ਹਾਂ ਨੂੰ 18 ਤੋਂ 45 ਵਾਲੀ ਡੋਜ਼ ਲਾਉਣੀ ਜਾਂ ਤਾਂ ਡਿਲੇ ਕਰਨੀ ਪਈ ਜਾਂ ਬੰਦ ਕਰਨੀ ਪੈ ਰਹੀ ਹੈ। ਪੰਜਾਬ ਨੂੰ ਵੀ 1 ਮਈ ਤੋਂ ਲੱਗਣੀ ਸੀ। ਸਿਹਤ ਮੰਤਰੀ ਨੂੰ ਬਿਆਨ ਦੇਣਾ ਪਿਆ ਵੀ ਡੋਜ਼ ਆਊਗੀ ਤਾਂ ਅਸੀਂ ਲਾਵਾਂਗੇ, ਡੋਜ਼ਸ ਹੀ ਨਹੀਂ ਹੈ ਸਾਡੇ ਕੋਲੇ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਕੰਪਲੀਟ ਟੋਟਲ ਫੇਲੀਅਰ ਹੋਇਆ, ਇਸ ਤੋਂ ਵੱਡਾ ਇਤਿਹਾਸ 'ਚ ਫੇਲੀਅਰ ਨਹੀਂ ਹੋਇਆ ਹੋਣਾ। ਆਜ਼ਾਦ ਭਾਰਤ ਤੋਂ ਲੈ ਕੇ ਅੱਜ ਤੱਕ ਇੰਨਾ ਵੱਡਾ ਮਿਸਮੈਨੇਜਮੈਂਟ ਦੇਸ਼ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਇਸ ਤੋਂ ਇਲਾਵਾ ਕਦੇ ਵੀ ਨਹੀਂ ਹੋਇਆ ਹੋਣਾ। ਇਹਦੇ ਵਿੱਚ ਹੀ ਮੈਂ ਪੁਆਇੰਟ ਜਿਹੜਾ ਜੋੜਨਾ ਚਾਹੁੰਦੀ ਸੀ, ਹਾਲਾਂਕਿ ਪਤਾ ਨਹੀਂ ਉਹਦੇ ਤੇ ਜ਼ਿਕਰ ਕਰਨਾ ਬਾਰ-ਬਾਰ ਕਰ ਰਹੇ ਹਾਂ। ਬਹੁਤ ਚੀਜ਼ਾਂ ਦੇਖਣ ਨੂੰ ਮਿਲੀਆਂ ਸਿਮਰਨ ਜੀ ਕਿ ਲਾਸ਼ਾਂ ਜਿਹੜੀਆਂ ਉਹ ਖੁੱਲੇ 'ਚ ਔਰ ਬਹੁਤ ਸਾਰੀਆਂ ਜਿਹੜੀਆਂ ਡੈੱਡ ਬਾਡੀਜ਼ ਇਕੱਠੀਆਂ ਜਲ ਰਹੀਆਂ। ਹੁਣ ਉਹਦੇ ਵਿੱਚ ਗੰਗਾ ਨਦੀ 'ਚ ਰੁੜੀਆਂ ਹੋਈਆਂ ਲਾਸ਼ਾਂ ਵੀ ਆ ਰਹੀਆਂ। ਰਮਨ, ਉਹ ਤਾਂ ਤਸਵੀਰਾਂ ਦੇਖ ਕੇ ਤੁਹਾਡਾ ਦਿਲ ਦਹਿਲ ਜਾਂਦਾ। ਪਰਿਵਾਰਾਂ ਨੂੰ ਥਾਂ ਨਹੀਂ ਮਿਲਿਆ ਸੰਸਕਾਰ ਕਰਨ ਵਾਸਤੇ, ਉਡੀਕ ਕੇ ਸਬਰ ਦਾ ਬੰਨ ਟੁੱਟਿਆ ਹੋਣਾ। ਕੈਸੇ ਲੋਕ ਕਿਵੇਂ ਦਿਲ ਕੀਤਾ ਹੋਣਾ ਮੈਨੂੰ ਨਹੀਂ ਸਮਝ ਆਉਂਦੀ। ਪਰ ਉਹ ਲਾਸ਼ਾਂ ਤੁਸੀਂ ਦੇਖੋ ਕਿ ਗੰਗਾ 'ਚ ਉਹਨਾਂ ਨੂੰ, ਕਿਆ ਇਹ ਵੀ ਜਾ ਰਿਹਾ ਕਿ ਕੁਝ ਹਸਪੀਟਲ ਜਿਹੜੇ ਆਪ ਸੰਸਕਾਰ ਕਰਦੇ ਉਹਨਾਂ ਦੀ ਮਜਬੂਰੀ ਆ, ਉਹ ਲਾਗ ਤੋਂ ਡਰਦੇ, ਉਹ ਵੀ ਕਿਉਂਕਿ ਲੱਕੜਾਂ ਹੀ ਨਹੀਂ ਪੂਰੀਆਂ ਮਿਲ ਰਹੀਆਂ। ਉਹੀ ਕਹਿ ਰਿਹਾ ਕਿ ਕੁਝ ਇੱਕ ਪਰਿਵਾਰਾਂ ਦੀ ਗੱਲ ਆਈ, ਕੁਝ ਇੱਕ ਹਸਪੀਟਲਸ ਦੀ ਗੱਲ ਆਈ, ਪਰ ਰਮਨ ਚੀਲਾਂ ਖਾ ਰਹੀਆਂ ਉਹਨਾਂ ਲਾਸ਼ਾਂ ਨੂੰ। ਸੋਚੋ ਤੁਸੀਂ, ਇਹ ਡਿਜ਼ਰਵ ਨਹੀਂ ਕਰਦਾ।
ਸਾਡਾ ਕੋਈ ਵੀ ਨਾਗਰਿਕ ਇਹ ਡਿਜ਼ਰਵ ਨਹੀਂ ਕਰਦਾ ਕਿ ਘੱਟੋ ਘੱਟ ਇਸ ਮੁਲਕ 'ਚ ਜੀਣਾ ਤਾਂ ਮੁਹਾਲ ਹੋਇਆ ਹੀ ਪਿਆ ਹੈ ਜੀ। ਮੌਤ ਤਾਂ ਚੰਗੀ ਆ ਜੇ, ਇੱਥੇ ਤਾਂ ਮੌਤ ਵੀ ਨਹੀਂ ਚੰਗੀ ਆ ਰਹੀ। ਤੁਸੀਂ ਜਿਹੜੇ ਪਹਿਲਾਂ ਡਾਟੇ ਦੱਸੇ ਔਰ ਉਹਦੇ ਵਿੱਚ ਇਦਾਂ ਦੀਆਂ ਖਬਰਾਂ ਔਰ ਫਿਰ ਵੀ ਸੰਜੀਦਗੀ ਨਹੀਂ ਹੈ। ਤੁਸੀਂ ਇਹ ਦੇਖੋ, ਸੰਜੀਦਗੀ ਨਹੀਂ ਹੈ ਸਰਕਾਰ ਦੀ। ਤੁਸੀਂ ਦੇਖੋ ਨਾ, ਅੱਜ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੋਗੀ ਨੇ ਬਹੁਤ ਵਧੀਆ ਕੰਮ ਕੀਤਾ ਯੂਪੀ 'ਚ। WHO ਐਪਰੀਸ਼ੀਏਟ ਕਰ ਰਹੀ ਹੈ। ਕਿਸ ਗੱਲ ਦੀ ਐਪਰੀਸ਼ੀਏਸ਼ਨ ਹੈ? ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਵੀ ਇਹਨਾਂ ਨੂੰ ਵੀ ਆਪਣੇ ਅੰਦਰ ਝਾਕਣਾ ਪਊਗਾ ਹੁਣ। ਕੀ ਬਾਬਾ ਰਾਮਦੇਵ ਹੁਣ ਨਹੀਂ ਸੋਚਦੇ ਹੁਣ ਕਿ ਇਸ ਡਿਜੀਟਲ ਇੰਡੀਆ ਦੀਆਂ ਤਸਵੀਰਾਂ ਵੀ ਤਾਂ ਬਾਹਰ ਜਾਂਦੀਆਂ ਹੋਣਗੀਆਂ ਵਿਦੇਸ਼ਾਂ 'ਚ, ਜਿਨ੍ਹਾਂ ਨੂੰ ਤਰੱਕੀ ਦੇ ਰਾਹ ਤੇ ਪਿੱਛੇ ਛੱਡ ਕੇ ਅਸੀਂ ਅੱਗੇ ਨਿਕਲੇ ਆਏ ਹਾਂ? ਨਹੀਂ, ਦੇਖੋ ਤਾਂ ਮਾਊਥ ਪੀਸ ਨੇ ਇਕੱਲੇ ਇਹ ਲੋਕ। ਇਹਨਾਂ ਦੇ ਸੋਚਣ ਨਾਲ ਦੇਸ਼ ਨਹੀਂ ਚੱਲਦਾ, ਨਾ ਹੀ ਕੋਈ ਫਰਕ ਪੈਂਦਾ ਹੈ ਜੀ। ਇਹ ਤਾਂ ਚਾਬੀ ਦੇ ਕੇ ਛੱਡੇ ਹੋਏ ਨੇ। ਜਿੱਥੇ ਲੋੜ ਹੁੰਦੀ ਹੈ, ਜਿਵੇਂ ਲੋੜ ਹੁੰਦੀ ਹੈ, ਇਹਨਾਂ ਨੂੰ ਚਾਬੀ ਦੇ ਦਿੱਤੀ ਜਾਂਦੀ ਹੈ ਤੇ ਇਹਨਾਂ ਨੇ ਬੜਬੜ ਕਰ ਦੇਣੀ ਹੁੰਦੀ ਹੈ। ਉਹ ਇੰਨੇ ਸੰਜੀਦਾ ਇਸ਼ੂ ਦੇ ਉੱਤੇ ਦੇਖੋ ਹਰ ਰੋਜ਼ ਖਬਰਾਂ ਆ ਰਹੀਆਂ। ਕੱਲ ਅਸੀਂ ਇੱਕ ਆਡੀਓ ਸੁਣ ਰਹੇ ਸੀ ਬਿਰਧ ਆਸ਼ਰਮ ਦੀ ਪੰਜਾਬ ਤੋਂ ਜੀ, ਜਿੱਥੇ ਉਹ ਸੰਸਕਾਰ ਕਰਨ ਵਾਸਤੇ ਨਹੀਂ ਆਏ ਰਿਸ਼ਤੇਦਾਰ, ਬਿਲਕੁਲ, ਔਰ ਬਿਰਧ ਆਸ਼ਰਮ ਨੂੰ ਕਿਹਾ ਜਾ ਰਿਹਾ ਸੀ। ਗਰਭਵਤੀ ਔਰਤ ਆਪਣੀ ਵੀਡੀਓ ਬਣਾਉਂਦੀ ਹੈ, ਤੁਸੀਂ ਦੇਖੋ, ਔਰ ਉਹ ਕਹਿੰਦੀ ਹੈ, ਇੱਕ ਯੂਟਿਊਬਰ ਹੈ ਜਿਹੜਾ ਉਹ ਦੱਸ ਰਿਹਾ ਵੀ ਮੇਰੇ ਕੀ ਹਾਲਾਤ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਰ ਰੋਜ਼ ਆ ਰਹੀਆਂ ਜਿਹੜੀਆਂ ਤੁਹਾਨੂੰ ਝੰਜੋੜਦੀਆਂ ਪਈਆਂ ਜੀ। ਤੁਸੀਂ ਆਪਣਾ ਆਲਾ ਦੁਆਲਾ ਦੇਖੋ, ਆਲਾ ਦੁਆਲਾ ਕੀ ਡਿਮਾਂਡ ਕਰ ਰਿਹਾ? ਆਲਾ ਦੁਆਲਾ ਅੱਜ ਕਹਿ ਰਿਹਾ ਤੁਹਾਡਾ ਕਿ ਸਾਨੂੰ ਸਹੂਲਤਾਂ ਮਿਨੀਮਮ ਪ੍ਰੋਵਾਈਡ, ਜਿਹੜੀਆਂ ਮਿਨੀਮਮ ਸਹੂਲਤਾਂ ਉਹ ਤਾਂ ਪ੍ਰੋਵਾਈਡ ਕਰ ਦਿਓ। ਤੁਸੀਂ ਕਿੰਨੇ ਵਾਰ ਰਜਿੰਦਰਾ ਹਸਪੀਟਲ ਦੀ ਖਬਰ ਕਰਿਆ ਹੈ? ਮੈਂ ਪੰਜਾਬ ਦੇ ਹੋਰ ਹਸਪੀਟਲਸ ਤੋਂ ਰੋਜ਼ ਜਾਣਕਾਰੀ ਲੈ ਰਿਹਾ, ਕੋਈ ਬਹੁਤੇ ਚੰਗੇ ਹਾਲਾਤ ਨਹੀਂ ਹੈ। ਔਰ ਸਾਨੂੰ ਬਹੁਤ ਵਾਰੀ ਇਹ ਹੁੰਦਾ ਹੈ ਕਿ ਸੱਜਣ ਮਿੱਤਰ ਕਹਿੰਦੇ ਕਿ ਯਾਰ ਪੋਜ਼ਿਟਿਵ ਰਿਪੋਰਟਿੰਗ ਕਰ ਦਿਓ, ਡਰਾਓ ਨਾ, ਘਬਰਾਓ ਨਾ। ਜੇ ਤੁਸੀਂ ਬਿਲਕੁਲ ਬੋਲਣਾ ਬੰਦ ਕਰ ਦਿਓਗੇ ਤਾਂ ਸਰਕਾਰ ਨੂੰ ਐਕਸਪੋਜ਼ ਕੌਣ ਕਰੂਗਾ? ਇਹਨਾਂ ਤੇ ਸਵਾਲ ਕੌਣ ਕਰੂਗਾ? ਇਹਨਾਂ ਨੂੰ ਡਰ ਨਹੀਂ ਹੈ। ਇਹ ਜਦੋਂ ਦਰਅਸਲ ਵੱਡੀ ਇੱਕ ਦਿੱਕਤ ਇਹ ਵੀ ਆਈ ਹੈ ਕਿ ਸਿਆਸਤਦਾਨਾਂ ਨੂੰ ਉਸ ਪੱਧਰ ਤੇ ਅਜੇ ਤਾਈਂ ਚਿੰਬੜੀ ਨਹੀਂ, ਪਤਾ ਨਹੀਂ ਕਿਉਂ ਇਹ ਬਚ ਜਾਂਦੇ ਆ। ਬਿਲਕੁਲ, ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦੀ ਮੌਤ ਦਾ ਮਿਹਣਾ ਨਹੀਂ ਹੁੰਦਾ, ਪਰ ਜੇ ਦੋਆਂ ਚਾਰਾਂ ਨੂੰ ਅਹਿਸਾਸ ਹੋਵੇ ਘੱਟੋ ਘੱਟ ਕਿ ਕਿਸੇ ਦਾ ਜੀ ਗਿਆ, ਜਵਾਨ, ਇਸ ਵਾਰੀ ਜਵਾਨ ਪੁੱਤ ਜਾ ਰਹੇ ਆ, ਜਵਾਨ ਭੈਣਾਂ ਜਾ ਰਹੀਆਂ ਜੀ, ਉਸ ਪਰਿਵਾਰ ਦਾ ਪੁੱਛੋ। ਅੱਜ ਪੂਰਾ ਪਰਿਵਾਰ ਚਲਾ ਗਿਆ। ਇੱਕ ਛੋਟੇ ਬੱਚੇ ਦੀ ਵੀ ਕੱਲ ਆਪਾਂ ਔਨ 에ਅਰ ਤੇ ਦਿਖਾਈ ਸੀ ਕਿ ਡੈਡ ਬੋਡੀ ਹੀ ਨਹੀਂ ਲਈ ਪੇਰੈਂਟਸ ਨੇ ਕਿਉਂਕਿ ਉਹਨੂੰ ਕਰੋਨਾ ਸੀ। ਉਹ ਤਸਵੀਰ ਹੰਝੂ ਲਿਆ ਦਿੰਦੀ ਹੈ। ਤੁਸੀਂ ਦੇਖੋ ਕਿੰਨੇ ਮਾੜੇ ਹਾਲਾਤ ਸੀਗੇ। ਔਰ ਨਹੀਂ ਦਿਖਾਈਏ ਅਸੀਂ ਇਹ ਸਾਰਾ ਕੁਝ। ਇਹ ਟੈਸਟ ਆਫ ਪੇਸ਼ੈਂਸ ਵੀ ਹੈ ਸਾਡੀ ਪੇਸ਼ੈਂਸ ਟੈਸਟ ਕੀਤੀ ਜਾ ਰਹੀ ਹੈ, ਹਨਾ? ਤਾਂ ਇਸ ਮਾਹੌਲ 'ਚ ਹੋਰ ਕੁਝ ਨਹੀਂ ਐਕਸਪੈਕਟਡ। ਘੱਟੋ ਘੱਟ ਇੱਕ ਸੈਂਸਿਟੀਵਿਟੀ ਹੁੰਦੀ ਹੈ। ਹੁਕਮਰਾਨ ਉਹੀ ਦਿਖਾਉਣ। ਤੁਸੀਂ ਤਾਂ ਇਹ ਪ੍ਰੂਵ ਕਰਨ ਤੇ ਲੱਗੇ ਹੋ ਕਿ ਅਸੀਂ ਕੀ ਕਰ ਰਹੇ ਹਾਂ, ਕਿ ਇਹ ਬਿਆਨ ਦੇ ਦੇਣੇ। ਦੇਖੋ ਤੁਸੀਂ ਗਊਆਂ ਵਾਸਤੇ ਆਕਸੀਮੀਟਰ ਬਣ ਰਹੇ ਆ। ਜਿਸ ਮੁਲਕ ਦੇ ਵਿੱਚ ਬੰਦੇ ਦੀਆਂ ਲਾਸ਼ਾਂ ਗੰਗਾ ਦੇ ਵਿੱਚ ਰੁੜੀਆਂ ਫਿਰਦੀਆਂ ਹੋਣ, ਆਕਸੀਜਨ ਵਾਸਤੇ ਲੋਕ ਤੜਪ ਤੜਪ ਕੇ ਸੜਕਾਂ ਤੇ ਮਰ ਜਾਣ, ਬਾਬਾ ਰਾਮਦੇਵ ਕਹਿ ਦੇ ਟੀਚਰ ਕਰਕੇ ਕਿ ਆਕਸੀਜਨ ਤਾਂ ਬਥੇਰੀ ਹੈ, ਲੈ ਲਓ, ਤੇ ਫਿਰ ਜੇ ਉਸ ਗਊ ਨੂੰ ਆਕਸੀਜਨ ਦੇ ਦਿਓ ਤੁਸੀਂ, ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਿ ਆਕਸੀਜਨ ਬਥੇਰੀ ਹੈ ਬ੍ਰਹਮੰਡ ਦੇ ਵਿੱਚ, ਤੁਹਾਨੂੰ ਲੈਣੀ ਨਹੀਂ ਆ ਰਹੀ ਜੀ? ਤੁਸੀਂ ਇੱਕ ਪਾਸੇ ਇਹ ਸ਼ਬਦ ਵਰਤਦੇ ਬਾਬਾ ਰਾਮਦੇਵ, ਦੂਜੇ ਪਾਸੇ ਆਕਸੀਮੀਟਰ ਗਾਵਾਂ ਵਾਸਤੇ ਰੱਖੇ ਜਾ ਰਹੇ ਆ ਜੀ। ਕਿੱਥੇ ਹੈ ਸੈਂਸਿਟੀਵਿਟੀ? ਤੁਸੀਂ ਸਿਰਫ ਇਸ ਤੇ ਸਿਆਸਤ ਕਰ ਰਹੇ ਹੋ ਕਿਉਂਕਿ ਇਹ ਤੁਹਾਡਾ ਟ੍ਰੇਡਮਾਰਕ ਹੈ ਸਿਆਸਤ ਦਾ। ਤੁਸੀਂ ਗਊ ਨੂੰ ਪਿਆਰ ਥੋੜੀ ਕਰਦੇ ਹੋ। ਤੁਸੀਂ ਹਜ਼ਾਰਾਂ ਸੜਕਾਂ ਤੇ ਤੁਰੀਆਂ ਫਿਰਦੀਆਂ, ਕੌਣ ਪਿਆਰ ਕਰਦਾ ਉਹਨਾਂ ਨੂੰ? ਯੋਗੀ ਸਾਹਿਬ ਇੱਥੋਂ ਪੰਜਾਬ 'ਚ ਟਰਾਲੇ ਭਰ ਕੇ ਲੈ ਜਾਣ, ਉੱਥੇ ਸੰਭਾਲਣ ਜੀ। ਇਹ ਸਿਰਫ ਸਿਆਸਤ ਹੈ ਜੀ। ਜਾਨਵਰ ਨੂੰ ਧਰਮ ਨਾਲ ਜੋੜਤਾ ਤੁਸੀਂ ਦੇਖੋ ਇਹਨਾਂ ਨੇ, ਔਰ ਅੱਜ ਉਹਨੂੰ ਵਰਤਦੇ ਪਏ ਆ ਕਰੋਨਾ ਦੇ ਵਿੱਚ। ਇਹਨਾਂ ਤੋਂ ਸੈਂਸਿਟੀਵਿਟੀ ਦੀ ਉਮੀਦ ਨਹੀਂ ਕਰ ਸਕਦੇ ਤੁਸੀਂ। ਇਹ ਸੰਜੀਦਾ ਨਹੀਂ ਹੈਗੇ। ਇਹਨਾਂ ਦੀਆਂ ਆਤਮਾਵਾਂ 'ਚ ਸਿਆਸਤ ਭਰੀ ਹੈ ਔਰ ਉਹਨਾਂ ਨੇ ਧਰਮ ਨੂੰ ਵਰਤ ਕੇ ਸਿਆਸਤ ਕਰਨੀ ਹੈ। ਬਿਲਕੁਲ, ਇਸ ਮੌਕੇ ਤੇ ਜਦੋਂ ਇਨਸਾਨੀਅਤ ਦੀ ਲੋੜ ਹੈ, ਇਨਸਾਨੀਅਤ ਨਹੀਂ ਦਿਸਦੀ। ਸਾਡੀ ਪੰਜਾਬ ਦੇ ਵਿੱਚ ਵੀ ਉੱਥੇ ਆ ਜਾਂਦੇ ਆ ਕਿ ਛੱਡੋ ਕਰੋਨਾ ਨੂੰ ਔਰ ਛੱਡੋ ਲੋਕਾਂ ਨੂੰ, ਜਿਨ੍ਹਾਂ ਨਾਲ ਜੋ ਹੁੰਦੀ ਹੈ ਦੇਖੀ ਜਾਊ। ਕਾਂਗਰਸ ਦਾ ਆਪਣਾ ਜਿਹੜਾ ਰੇੜਕਾ ਉਹ ਖਤਮ ਨਹੀਂ ਹੋਣ ਦਾ ਨਾਮ ਲੈ ਰਿਹਾ। ਉਹ ਖਤਮ ਹੋਵੇ ਤੇ ਸ਼ਾਇਦ ਉਹ ਧਿਆਨ ਦੇਣ ਕਿ ਕਿੱਥੇ ਕਿੰਨੇ ਜਿਹੜੇ ਵੈਂਟੀਲੇਟਰ ਪਏ ਆ। ਕਾਂਗਰਸ ਦੇ ਵਿੱਚ ਲੰਬਾ ਰੇੜਕਾ ਤੇ ਹੁਣ ਕੱਲ ਫਿਰ ਨਵੇਂ ਸਿਰੋਂ ਇੱਕ ਨਵਾਂ ਰੇੜਕਾ ਛਿੜਿਆ 2022 ਤੇ ਉੱਤੋਂ ਆ ਰੇੜਕਾ ਕਿਸ ਭਾਅ ਪੈਣੀ ਹੈ ਕਾਂਗਰਸ ਨੂੰ? ਦੇਖੋ ਹਰ ਰੋਜ਼ ਕੁਛ ਨਾ ਕੁਛ ਨਵਾਂ ਹੋ ਰਿਹਾ ਹੈ। ਇਹ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਜਿਹੜੀ ਹੈ ਜੀ, ਉਹ ਖਿੰਡਦੀ ਹੋਈ ਨਜ਼ਰ ਆ ਰਹੀ ਹੈ। ਪਰ ਲਗਾਤਾਰ ਨਵਜੋਤ ਸਿੱਧੂ ਦੇ ਉੱਤੇ ਜਦੋਂ ਵੀ ਕੋਈ ਐਕਟੀਵਿਟੀ ਹੁੰਦੀ ਹੈ ਤਾਂ ਹਰੇਕ ਦਾ ਆਪਣਾ ਓਪੀਨੀਅਨ ਆ ਜਾਂਦਾ ਹੈ, ਅਸੈਸਮੈਂਟਸ ਲੱਗਣ ਲੱਗ ਜਾਂਦੀਆਂ ਜੀ। ਪਤਾ ਕਿਸੇ ਨੂੰ ਕੁਝ ਵੀ ਨਹੀਂ ਅੰਦਰਲਾ ਜੀ। ਸੱਚ ਤਾਂ ਇਹ ਹੈ ਜਦੋਂ ਨਵਜੋਤ ਸਿੱਧੂ ਕੁਝ ਵੀ ਕਰਦੇ ਆ ਤਾਂ ਉਹਨਾਂ ਨੂੰ ਲੈ ਕੇ
ਹੁਣ ਜਦੋਂ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਨਹੀਂ ਕਰ ਰਹੇ ਸੀ ਥੋੜਾ ਦੇਰ ਪਹਿਲਾਂ, ਜੀ। ਹਰ ਰੋਜ਼ ਜਿਹੜੀ ਵੀ ਐਕਟੀਵਿਟੀ ਹੁੰਦੀ ਸੀ ਉਦੋਂ ਰੋਜ਼ ਚੱਲ ਜਾਂਦਾ ਸੀ ਆਮ ਆਦਮੀ ਪਾਰਟੀ 'ਚ ਜਾ ਸਕਦੇ ਨਵਜੋਤ ਸਿੱਧੂ, ਆਪਣਾ ਵੱਖਰਾ ਧੜਾ ਬਣਾ ਸਕਦੇ ਨਵਜੋਤ ਸਿੰਘ ਸਿੱਧੂ ਜੀ। ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਆ, ਪਰ ਕਿਹੜੀ ਪਾਰਟੀ ਤੋਂ ਹੋਣਗੇ ਕੁਐਸਚਨ ਮਾਰਕ। ਇਹ ਸਾਰਾ ਕੁਝ ਚੱਲਦਾ ਰਿਹਾ ਜੀ। ਨਵਜੋਤ ਸਿੱਧੂ ਤੇ ਉਹਨਾਂ ਦੀ ਘਰਵਾਲੀ ਕੀ ਕਰ ਰਹੇ ਨੇ ਇਹ ਉਹੀ ਜਾਣਦੇ ਨੇ, ਹੋਰ ਕਿਸੇ ਤਾਂ ਹੀ ਨਹੀਂ ਪਤਾ ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ, ਨਵਜੋਤ ਸਿੱਧੂ ਜਦੋਂ ਹੁਣ ਐਤਕੀ ਐਕਟਿਵ ਹੁੰਦੇ ਆ, ਮੀਟਿੰਗਸ ਹੁੰਦੀਆਂ, ਤਾਂ ਹੁਣ ਇਹ ਗੱਲ ਚੱਲ ਪਈ ਕਿ ਕੈਪਟਨ ਨੂੰ ਲਾਂਬੇ ਕਰਕੇ ਨਵਜੋਤ ਸਿੱਧੂ ਹੋਣਗੇ ਪੰਜਾਬ ਕਾਂਗਰਸ ਤੇ ਚਿਹਰਾ, ਕਿ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੱਧੂ ਕਾਂਗਰਸ ਤੋਂ ਹੋਣਗੇ ਜੀ। ਜੋ 15 ਦਿਨ ਪਹਿਲਾਂ ਆਮ ਆਦਮੀ ਪਾਰਟੀ 'ਚ ਭੇਜ ਚੁੱਕੇ ਸੀ ਸਿੱਧੂ ਨੂੰ, ਜੀ। ਹੁਣ ਉਹੀ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਬਣਾ ਰਹੇ ਨਵਜੋਤ ਸਿੱਧੂ ਨੂੰ। ਜੀ। ਹੋ ਸਕਦਾ ਸਿੱਧੂ ਸਵੇਰੇ ਕਿਤੇ ਪ੍ਰਤਾਪ ਬਾਜਵਾ ਦੇ ਤੇ ਰੰਧਾਵਾ ਸਾਹਿਬ ਦੇ ਖਿਲਾਫ ਇੱਕ ਅੱਧਾ ਬਿਆਨ ਦੇ ਦੇਣ, ਉਹ ਦੁਬਾਰਾ ਆਵਾਜ਼ੇ ਪੰਜਾਬ ਨਾਲ ਦੁਬਾਰਾ ਬਣਾ ਦੇਣ ਵੀ ਹੁਣ ਨਵੀਂ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਹੈ। ਅਨਸਰਟਨਿਟੀ ਹੈ, ਕੁਝ ਵੀ ਪਰਪੱਕ ਤੇ ਪੁਖਤਾ ਨਹੀਂ ਹੈ ਜੀ। ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਇੰਪੋਰਟੈਂਟ ਜ਼ਰੂਰ ਹੈ ਪੰਜਾਬ ਦੇ ਪੋਲੀਟੀਕਲ ਸੰਦਰਭ 'ਚ ਜੀ, ਬਟ ਇਹ ਐਂਡ ਨਹੀਂ ਹੈ, ਲਾਸਟ ਨਹੀਂ ਹੈ। ਕੱਲ ਤਾਂ ਉਹ ਕਹਿੰਦੇ ਵੀ ਐਸਸੀਬੀਸੀ ਜਿਹੜੇ ਵਿਧਾਇਕਾਂ ਨੇ ਉਹਨਾਂ ਨੇ ਕੱਟ ਕੀਤਾ, ਉਹ ਕਹਿੰਦੇ ਵਿਤਕਰਾ ਕਰ ਦਿੰਦੇ ਰਮਨ, ਉਹ ਡਿਵੈਲਪਮੈਂਟਸ ਹੋਣਗੀਆਂ ਜੀ ਜਦੋਂ ਇਹ ਦਿਸੂਗਾ ਕਿ ਨਵਜੋਤ ਸਿੱਧੂ ਆਪਣਾ ਧੜਾ ਬਣਾ ਰਹੇ ਹੈ, ਜਾਂ ਜਿਹੜੇ ਕੈਪਟਨ ਦੇ ਕਦੇ ਕਰੀਬੀ ਹੁੰਦੇ ਸੀ ਉਹ ਸਿੱਧੂ ਨਾਲ ਮੀਟਿੰਗਾਂ ਕਰ ਰਹੇ ਹੈ ਜੀ, ਤਾਂ ਫਿਰ ਪਲਾਨਸ ਬਾਕੀ ਵੀ ਹੁੰਦੇ ਆ, ਬੀ ਪਲਾਨਸ ਵੀ ਹੁੰਦੇ ਆ ਜੀ ਜੀ। ਰਾਜਕੁਮਾਰ ਵੇਰਕਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁਣ ਤੱਕ ਬੜਾ ਵਧੀਆ ਸੰਬੰਧ ਚੱਲਦਾ ਆਇਆ। ਪੰਜਾਬ ਦੇ ਵਿੱਚ ਐਸਸੀ ਕਮਿਊਨਿਟੀ ਦਾ ਵੱਡਾ ਚਿਹਰਾ ਮੰਨੇ ਜਾਂਦੇ ਆ ਜੀ। ਉਹਨਾਂ ਦੇ ਨਾਲ ਚਰਨਜੀਤ ਚੰਨੀ ਪਹਿਲਾਂ ਐਲਓਪੀ ਲਾਏ ਸੀਗੇ, ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਮੰਤਰੀ ਬਣੇ ਜੀ, ਤਾਂ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਸਾਰੇ ਦਲਿਤ ਜਿਹੜੇ ਪੰਜਾਬ ਦੇ ਵੱਡੇ ਲੀਡਰ ਨੇ ਉਹ ਆਪਣੀ ਮੀਟਿੰਗਸ ਕਰ ਲੈਂਦੇ ਆ ਜੀ। ਇਹ ਪ੍ਰੈਸ਼ਰ ਟੈਕਟਿਕਸ ਨੇ, ਇੱਕ ਧੜੇ ਨੂੰ ਕਮਜ਼ੋਰ ਕਰਨ ਦੇ ਦੂਜੇ ਧੜੇ ਦੇ ਪ੍ਰੈਸ਼ਰ ਟੈਕਟਿਕਸ ਨੇ। ਹੁਣ ਇਹ ਵੀ ਹੈ ਕਿ ਦਲਿਤ ਚਾਹੁੰਦਾ ਕਿ ਸਾਡਾ ਸੀਐਮ ਬਣੇ, ਕੌਣ ਨਹੀਂ ਚਾਹੁੰਦਾ, ਹਰ ਚਾਹੁੰਦਾ ਹੈ ਨਾ, ਹਰ ਇੱਕ ਧੜਾ ਚਾਹੁੰਦਾ ਹੈ। ਤਾਂ ਇਹਦੇ ਵਿੱਚ ਦੇਖੋ ਡਿਵੈਲਪਮੈਂਟਸ ਤਾਂ ਹੋਣਗੀਆਂ, ਬਟ ਮੈਂ ਇਹ ਸਮਝਦਾ ਅੱਜ ਵੱਡੀ ਡਿਵੈਲਪਮੈਂਟ ਹੈ ਕਿ ਤੁਸੀਂ ਕਰੋਨਾ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਕੁਐਸਚਨ ਕਰਕੇ ਤਿਆਰੀਆਂ ਕਿਵੇਂ ਕਰਾਉਣੀਆਂ। ਜੇ ਅਗਲੇ 15 ਦਿਨਾਂ ਚ 20 ਦਿਨਾਂ ਚ ਤੁਹਾਡੀ ਸਿਚੁਏਸ਼ਨ ਵਰਸ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਡਿਵੈਲਪਮੈਂਟਸ ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਇਹ ਨੋ ਡਾਊਟ ਸਾਨੂੰ ਰਿਪੋਰਟ ਕਰਨਾ ਪੈਂਦਾ, ਸਾਰਿਆਂ ਨੂੰ ਕਰਨਾ ਪੈਂਦਾ, ਸਾਰੇ ਮੀਡੀਆ ਨੂੰ ਰਿਪੋਰਟ ਕਰਨਾ ਪੈਂਦਾ, ਸਤਿਕਾਰਤ ਨੇ ਸਾਰੇ, ਇੰਪੋਰਟੈਂਟ ਵੀ ਹੈ। ਜੇ ਮੀਡੀਆ ਚ ਹੋ ਕੇ ਪੋਲੀਟੀਕਲ ਡਿਵੈਲਪਮੈਂਟ ਨੂੰ ਰਿਪੋਰਟ ਨਹੀਂ ਕਰਦੇ ਤਾਂ ਤੁਸੀਂ ਮੀਡੀਆ ਹੋਣ ਦਾ ਮਤਲਬ ਹੀ ਨਹੀਂ, ਉਹ ਕਰਨਾ ਪੈਂਦਾ। ਪਰ ਇੰਪੋਰਟੈਂਟ ਇਹ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਡਿਵੈਲਪਮੈਂਟਸ ਦੇ ਨਾਲ ਹੈਲਥ ਸਿਚੁਏਸ਼ਨ ਜਿਹੜੀ ਹੈਲਥ ਕ੍ਰਾਈਸਿਸ ਦੇ ਵਿੱਚ ਅਸੀਂ ਖੜੇ ਆ ਉਹਦੇ ਤੇ ਨਜ਼ਰ ਰੱਖਣੀ, ਉਹਨੂੰ ਰਿਪੋਰਟ ਕਰਨਾ, ਉਹ ਬਹੁਤ ਇੰਪੋਰਟੈਂਟ ਹੈ ਔਰ ਉਹ ਸਾਨੂੰ ਕਰਨਾ ਚਾਹੀਦਾ। ਔਰ ਦੂਜੀ ਗੱਲ ਹੈ, ਜਿਵੇਂ ਹੁਣ ਤੁਸੀਂ ਕਾਂਗਰਸ ਦੀ ਗੱਲ ਕਰ ਲਈ, ਤਾਂ ਇੰਟਰਨਲੀ ਵੀ ਜਿਹੜੇ ਛੋਟੇ ਇਸ਼ੂਜ਼ ਨੇ, ਹੁਣ ਕਿੱਕੀ ਢਿੱਲੋਂ ਦਾ ਤੇ ਮੁਹੰਮਦ ਸਦੀਕ ਦਾ ਇਸ਼ੂ ਲੈ ਲਓ ਜੀ। ਉੱਥੇ ਜੈਤੋ ਜਾਂਦੇ ਆ, ਪਹਿਲਾਂ ਤਾਂ ਇਕੱਠ ਕਰਦੇ ਆ, ਫਿਰ ਮੁਹੰਮਦ ਸਦੀਕ ਰੁੱਸ ਜਾਂਦੇ ਆ ਵੀ ਪ੍ਰਧਾਨ ਜਿਹੜਾ ਲਾਉਣਾ ਸੀ ਉਹ ਮੇਰਾ ਨਹੀਂ ਲਾਇਆ, ਰੁੱਸ ਗਏ, ਪੈਰਾਸ਼ੂਟ ਤੋਂ ਲਾਤਾ ਉਹਨਾਂ ਨੇ। ਇੱਥੋਂ ਤਾਈਂ ਕਹਿਤਾ ਵੀ ਕਿੱਕੀ ਢਿੱਲੋਂ ਫਰੀਦਕੋਟ ਤੋਂ ਜੈਤੋ ਆਏ ਤਾਂ ਬਗਾਨੀ ਸ਼ਾਦੀ ਮੇਂ ਅਬਦੁੱਲਾ ਦਵਾਨਾ ਹੈ। ਅੱਜ ਕਿੱਕੀ ਢਿੱਲੋਂ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਵੀ ਸਦੀਕ ਸਾਹਿਬ ਪੂਰੇ 9 ਹਲਕੇ ਤੁਹਾਡੇ ਆ, ਕੱਲਾ ਜੈਤੋ ਥੋੜੀ ਤੁਹਾਡਾ ਹੈ, ਤੁਸੀਂ ਆਪਦੇ ਜਵਾਈ ਨੂੰ ਉੱਥੋਂ ਇਲੈਕਸ਼ਨ ਲੜਾਉਣਾ ਹੈ, ਤਾਂ ਕਰਕੇ ਤੁਸੀਂ ਜੈਤੋ ਆ ਕੇ ਬਹਿ ਕੇ ਇੰਟਰਵੀਨ ਕਰ ਰਹੇ ਹੋ। ਤੁਹਾਡੇ ਕੋਲੇ ਫਰੀਦਕੋਟ ਵੀ ਹੈ, ਬਾਘਾ ਪੁਰਾਣਾ ਵੀ ਹੈ, ਰਾਮਪੁਰਾ ਵੀ ਹੈ, ਮੋਗਾ ਵੀ ਹੈ, ਤੁਹਾਡੇ ਕੋਲੇ ਹੋਰ ਵੀ ਜਿਹੜੀ ਤੁਹਾਡੀ ਕਨਸਟੀਟੂਐਂਸੀ ਦੇ ਹੈਗੇ ਨੇ ਹਲਕੇ। ਤੇ ਉਹ ਸਦੀਕ ਸਾਹਿਬ, ਇੱਕ ਪੱਤਰਕਾਰ ਅੱਗੋਂ ਕਹਿੰਦਾ ਕਿ ਸਦੀਕ ਸਾਹਿਬ ਨੇ ਤਾਂ ਸਹੁੰ ਖਾ ਲਈ ਵੀ ਮੈਂ ਤਾਂ ਆਪਦਾ ਜਵਾਈ ਨੂੰ ਲੜਾਉਂਦਾ ਹੀ ਨਹੀਂ ਉੱਥੋਂ। ਕਿੱਕੀ ਢਿੱਲੋਂ ਕਹਿੰਦੇ ਫਿਰ ਇਹ ਤਾਂ ਬਹੁਤ ਵਧੀਆ ਹੋ ਗਿਆ, ਜੇ ਨਹੀਂ ਲੜਾਉਂਦੇ ਫਿਰ ਹੋਰ ਹਲਕਿਆਂ 'ਚ ਧਿਆਨ ਦੇ ਲਓ ਜੀ। ਇਮੈਚੁਰ ਪੋਲਿਟਿਕਸ ਹੈ ਜਿਹੜੀ, ਤੁਸੀਂ ਦੇਖੋ ਕਿਸੇ ਦਾ ਕੋਈ ਭਲਾ ਨਹੀਂ ਜੀ। ਜੇ ਪ੍ਰਧਾਨ ਨਹੀਂ ਲੱਗਿਆ ਤੁਹਾਡਾ ਤਾਂ ਪਹਿਲੀ ਗੱਲ ਕੋਠੇ ਚੜ ਕੇ ਰੌਲਾ ਪਾਉਣ ਦੀ ਲੋੜ ਨਹੀਂ ਸੀ, ਇੰਟਰਨਲ ਇਸ਼ੂ ਸੀਗਾ, ਰੌਲਾ ਪਾਉਣ ਨਾਲ ਲੱਗਣਾ ਨਹੀਂ ਸੀਗਾ ਜੀ। ਹੁੰਦਾ ਇਸ ਤਰ੍ਹਾਂ ਹੀ, ਇੱਕ ਖੇਮੇ ਦੀ ਸੁਣੀ ਜਾਂਦੀ ਹੈ ਹਰੇਕ ਜਗ੍ਹਾ ਤੇ, ਹਰੇਕ ਪਾਰਟੀ ਦੇ ਵਿੱਚ ਦੋ ਧੜੇ ਹੁੰਦੇ ਆ, ਇੱਕ ਦੀ ਸੁਣਵਾਈ ਹੁੰਦੀ ਹੈ, ਦੂਜੇ ਦੀ ਨਹੀਂ ਹੁੰਦੀ। ਸਦੀਕ ਸਾਹਿਬ ਐਮਪੀ ਸੀਗੇ, ਉਹਨਾਂ ਨੂੰ ਲੱਗਿਆ ਮੈਂ ਸੀਨੀਅਰ ਆ, ਮੈਂ ਪਾਰਟੀ ਦੇ ਵਿੱਚ। ਕਿੱਕੀ ਢਿੱਲੋਂ ਆਪਣਾ ਇੱਕ ਮੁਕਾਮ ਰੱਖਦੇ ਨੇ ਫਰੀਦਕੋਟ ਦੇ ਵਿੱਚ, ਤਾਂ ਉਹਨਾਂ ਨੂੰ ਲੱਗਿਆ ਕਿ ਉਹ ਮੂਰੇ ਹੋਣ। ਫਿਰ ਉਹ ਕਹਿ ਦਿੰਦੇ ਆ ਕਿ ਅਸੀਂ ਪਾਰਟੀ ਨੇ ਅਬਜ਼ਰਵਰ ਲਾਏ ਸੀਗੇ ਤੇ ਹਰੇਕ ਜ਼ਿਲ੍ਹੇ 'ਚ ਇੱਕ ਮੰਤਰੀ ਲਾਇਆ ਸੀ, ਉਹ ਤਾਂ ਉਹਨਾਂ ਨੇ ਡਿਸਾਈਡ ਕਰਕੇ ਪ੍ਰਧਾਨ ਲਾਤਾ। ਉਹ ਅਕਾਲੀ ਦਲ ਤੋਂ ਆਏ ਨੂੰ ਪ੍ਰਧਾਨ ਲਾਉਣਾ ਚਾਹੁੰਦੇ ਸੀਗੇ ਸਦੀਕ ਸਾਹਿਬ। ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਦੇ ਵਿੱਚ ਉਲਝਿਆ ਪਿਆ ਕੰਮ, ਪਰ ਸੰਜੀਦਗੀ ਕਿਤੇ ਨਹੀਂ ਹੈ। ਤੁਸੀਂ ਦੇਖੋ ਇਹ
ਇਹ ਪੋਲਿਟਿਕਸ ਜਿਹੜੀ ਹੈ ਲੋਕਾਂ ਨੂੰ, ਕਿਉਂਕਿ ਲੋਕ ਨਾ ਦਰਅਸਲ ਇੰਜੋਏ ਵੀ ਕਰਦੇ ਆ ਜੀ ਜੀ, ਉਧਰੋਂ ਉਹਨਾਂ ਨੇ ਕਿਹਾ ਬਗਾਨੀ ਸ਼ਾਦੀ ਮੇਂ ਅਬਦੁੱਲਾ ਦਵਾਨਾ, ਉਹ ਚੰਗਾ ਲੱਗਿਆ, ਫਿਰ ਕਿੱਕੀ ਢਿੱਲੋਂ ਨੇ ਕੁਝ ਕਿਹਾ ਤਾਂ ਉਹ ਸੁਣਨ ਚ ਜੀ, ਲੇਕਿਨ ਇਵੈਂਚੁਅਲੀ ਇਸ ਪੋਲਿਟਿਕਸ ਤੋਂ ਲੋਕਾਂ ਦਾ ਫਾਇਦਾ ਨਹੀਂ ਹੁੰਦਾ ਬਿਲਕੁਲ ਸਹੀ। ਇਹ ਪੋਲਿਟਿਕਸ ਜਿਹੜੀ ਹੈ ਇਹ ਕਿਤੇ ਲੀਡ ਨਹੀਂ ਕਰਦੀ। ਇੰਟਰਨਲ ਕਨਫਲਿਕਟ ਦੀ ਪੋਲਿਟਿਕਸ ਨੇ ਕਦੇ ਵੀ ਸਮਾਜ ਦਾ ਫਾਇਦਾ ਨਹੀਂ ਕਰਨਾ, ਔਰ ਇਹ ਹੋ ਰਿਹਾ ਹੈ ਬਿਲਕੁਲ। ਔਰ ਸੋਸ਼ਲ ਦੇ ਦੌਰ ਚ ਆ ਕੇ ਨਾ ਲੋਕ ਇਹਨਾਂ ਚੀਜ਼ਾਂ ਤੋਂ ਇੰਜੋਇਮੈਂਟ ਕਰ ਲੈਂਦੇ ਆ, ਬਟ ਲੌਂਗ ਰਨ ਚ ਜੇ ਤੁਸੀਂ ਦੇਖੋ ਤਾਂ ਇਹਨਾਂ ਚੀਜ਼ਾਂ ਨੂੰ ਕ੍ਰਿਟਿਸਾਈਜ਼ ਕਰਨਾ ਚਾਹੀਦਾ ਹੈ ਜੀ, ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ। ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋ ਰਹੀ ਜੋ ਹੋ ਰਿਹਾ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਤੇ ਉਮੀਦ ਅਸੀਂ ਇਹੀ ਕਰ ਰਹੇ ਹਾਂ ਕਿ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸੈਂਟਰਲ ਵਿਸਟਾ ਤੋਂ ਥੋੜਾ ਜਿਹਾ ਧਿਆਨ ਹਟਾ ਕੇ ਨਦੀਆਂ 'ਚ ਰੁੜੀਆਂ ਆਉਂਦੀਆਂ ਲਾਸ਼ਾਂ ਨੂੰ ਦੇਖ ਲੈਣ, ਤੇ ਪੰਜਾਬ ਦੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਘਰੇਲੂ ਕਲੇਸ਼ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਦੇਖ ਲੈਣ ਕਿ ਕਿਹੜੇ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਪਏ ਔਰ ਜੇ ਉਹ ਯੂਜ਼ ਹੋ ਸਕਦੇ ਔਰ ਲੋਕਾਂ ਦੀ ਭਲਾਈ ਦੇ ਲਈ ਵਰਤ ਲੈਣ, ਤੇ ਸ਼ਾਇਦ 2022 ਜਿਹੜਾ ਕੁਝ ਸੁਖਦ ਸੁਨੇਹੇ ਉਹਨਾਂ ਲਈ ਲੈ ਕੇ ਆ ਸਕਦਾ। ਤੁਸੀਂ ਦੇਖਦੇ ਰਹੋ ਔਨ 에ਅਰ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।